ਸੱਤੋਵਾਲੀ ਦੀ ਵਜ੍ਹਾ ਤਸਮੀਆਂ ਕਿ ਆਇਆ ਕੋਈ ਬਾਬਾ ਸੀ ਜਿਹਦੇ ਨਾਂ ਤੇ ਪਿੰਡ ਆਬਾਦ ਜਾਂ ਕੀ ਇਹਦੇ ਇਹ ਬਾਰੇ? ਸਾਡੇ ਵੱਡੇ ਦਾਦਿਆਂ ਨੂੰ ਸੱਤੋ, ਸਾਰਨ, ਧੀਰਾ ਤੇ ਮੋਹਰੀ ਇਹ ਭੈਣ ਭਰਾ ਸਨ। ਅੱਛਾ ਇੱਕ ਦਾ ਨਾਂ ਸੱਤੋ ਸੀ, ਉਹ ਵੀ ਭੈਣ ਸੀ। ਅੱਛਾ ਜੀ, ਸਾਰਨ ਜਿਹੜੀ ਸੀ ਇਹ ਵੀ ਭਰਾ ਸੀ। ਠੀਕ ਹੈ। ਸੱਤੋ, ਸਾਰਨ, ਧੀਰਾ ਜਿਹੜਾ ਸੀ ਉਹ ਭਰਾ ਸੀ ਤੇ ਮੋਹਰੀ ਉਹ ਵੀ ਭਰਾ ਸੀ। ਅੱਛਾ, ਇਹ ਜਿਹੜੇ ਫਿਰ ਆਪਣੋਂ ਦੀ ਵੰਡ ਦੇ ਮੁਤਾਬਕ ਜਿਹੜਾ ਸੱਤੋ ਸੀ ਨਾ ਉਹ ਸੱਤੋ ਰਹਿ ਗਿਆ, ਇਹਦਾ ਨਾਂ ਸੱਤੋਵਾਲੀ ਮਸ਼ਹੂਰ ਹੋ ਗਿਆ। ਠੀਕ ਹੋ ਗਿਆ। ਜਿਹੜਾ ਸਾਰਨ ਸੀ ਉਹ ਸਹਾਰਨਪੁਰ ਤੁਰ ਗਿਆ। ਇੱਕ ਧੀਰਾ ਸੰਦਾ ਸੀ ਆ ਕੋਲ ਧੀਰਾ ਸੰਦਾ, ਉਹ ਧੀਰੇ ਸੰਦੇ ਤੁਰ ਗਿਆ। ਵਾਹ ਜੀ, ਇੱਕ ਦਾ ਨਾਂ ਮੋਹਰੀ ਸੀ, ਉਹ ਮੋਹਰੀ ਕੇ ਪਿੰਡ ਵਿੱਚ ਸਿਆਲ ਆਪਣਾ ਜ਼ਿਲ੍ਹੇ ਸਿਆਲਕੋਟ ਜੀ, ਉਹ ਮੋਹਰੀ ਕੇ ਚਲਾ ਗਿਆ। ਇੱਥੋਂ ਮੇਰਾ ਨਾਮ ਮਸ਼ਹੂਰ ਹੋ ਗਿਆ ਜਿਹੜਾ ਸੱਤੋਵਾਲੀ। ਵਾਹ ਜੀ ਵਾਹ, ਵਾਹ ਜੀ ਵਾਹ। ਯਾਨੀ ਬਾਬਾ ਬੁੱਢਾ ਇਸ ਇਲਾਕੇ ਦਾ ਮਸ਼ਹੂਰ ਆਦਮੀ ਸੀ, ਲੋਕ ਸਾਰੇ ਬਿਲਕੁਲ ਮਸ਼ਹੂਰ ਆ। ਨੰਬਰਦਾਰ ਸਨ। ਜੀ ਜੀ, ਬਿਲਕੁਲ ਬਿਲਕੁਲ। ਬਾਬਾ ਜੀ ਸੱਤੋਵਾਲੀ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਨਾ, ਇਹਨਾਂ ਦੇ ਨਾਮ ਦੱਸ ਦਿਓ। ਸੱਤੋਵਾਲੀ ਦੇ ਨਾਲ ਦੇ ਕੋਈ ਢੁੱਡੀਆਂ ਵਾਲੀ ਪਿੰਡ ਹੈ, ਗੁਜਰਾਲਾ ਪਿੰਡ ਹੈ, ਮੰਡਿਆਂ ਵਾਲਾ ਪਿੰਡ ਹੈ, ਪ੍ਰਾਗਪੁਰ ਪਿੰਡ ਹੈ, ਅੱਗੇ ਛਾਉਣੀ ਸਲੈਰੀਆਂ ਪਿੰਡ ਹੈ, ਕੋਟ ਦੀਨਦਾਰਾਂ ਦਾ ਪਿੰਡ ਹੈ। ਇਹ ਮੁਰਗਾ ਨਾਲ ਜਿਹੜੇ ਢਿਲਮਗਾ ਦੀ ਪਿੰਡ ਹੈ ਜੀ, ਇਹ ਨਾਲ ਪਿੰਡ ਗੁਜਰਾਲਾ ਪਿੰਡ ਹੈ। ਠੀਕ ਹੈ। ਇਹ ਨਾਲ ਪਿੰਡ ਇਹ ਜਿਹੜੇ ਪਿੰਡ ਤੁਸੀਂ ਦੱਸੇ ਇਹਨਾਂ ਵਿੱਚੋਂ ਕੋਈ ਪਾਕਿਸਤਾਨ ਨੂੰ ਬਣਨ ਤੋਂ ਬਾਅਦ ਕੋਈ ਨਵਾਂ ਪਿੰਡ ਵੀ ਬਣਿਆ ਜਾਂ ਇਹਨਾਂ ਦੀ ਤਾਰੀਖ ਵੀ ਪਾਕਿਸਤਾਨ ਬਣਨ ਤੋਂ ਪਹਿਲੇ? ਤਾਰੀਖ ਪਾਕਿਸਤਾਨ ਤੋਂ ਪਹਿਲਾਂ ਨਹੀਂ ਜਿਉਂਦਾ ਸੀ, ਸੁਣਦੇ ਆਇਆ ਨਾ ਉਹਦੇ ਵਿੱਚ ਇਹਨਾਂ ਦੇ ਨਾਂ ਹੀ ਇਹ ਨੇ। ਇਹ ਜਦੋਂ ਗਏ ਸਨ ਉਦੋਂ ਛੋਟੇ ਹੀ ਸਨ। ਅੱਛਾ, ਇਹ ਫਿਰ ਇਹਨਾਂ ਦਾ ਨਾਂ ਇਹ ਸਾਈਂ ਸੀ, ਇੱਕ ਦਾ ਨਾਂ ਅਮਰਾ ਸੀ, ਕਰਤਾਰ ਸੀ, ਇੱਕ ਦਾ ਨਾਂ ਫਗੂ ਸੀ, ਇੱਕ ਦਾ ਨਾਂ ਮਿਲਕੀ ਸੀ, ਇੱਕ ਦਾ ਨਾਂ ਬੇਬੀ ਸੀ। ਵਾਹ ਵਾਹ। ਤੇ ਇਹ ਜਿਹੜਾ ਇੱਕ ਦਾ ਜਿਹੜਾ ਇਹਨਾਂ ਕਰਤਾਰ ਸੀ, ਕਰਤਾਰ ਉਹਦੀ ਸ਼ਾਦੀ ਵੀ ਇੱਥੇ ਹੋਈ ਸੀ। ਉਹਨਾਂ ਨੇ ਆਪਣੀ ਰਸਮ ਦੇ ਮੁਤਾਬਕ ਇੱਕ ਬੇਰੀ ਸੀ, ਅੱਛਾ, ਉਹ ਬੇਰੀ ਦੇ ਚਾਰ ਚੇਰੇ ਚੱਕਰ ਲਾਉਂਦੇ ਹਨ ਦੋਵੇਂ ਮੀਆਂ ਬੀਬੀ। ਅੱਛਾ, ਇਹ ਵੀ ਐਸਾ ਵੇਖਿਆ ਸੀ। ਇਹ ਤੁਸੀਂ ਆਪਣੀ ਅੱਖੀ ਵੇਖਿਆ? ਇਹ ਅਸੀਂ ਆਓਗੇ ਉਹ ਛੋਟੇ ਹੁੰਦਿਆਂ ਦੇ ਵੇਖਦੇ ਆ ਕੋਲ ਨੇ, ਇਹ ਫਿਰ ਅਸੀਂ ਉਹਨਾਂ ਨੂੰ ਵੇਖਿਆ ਸੀ। ਠੀਕ ਹੈ। ਤੇ ਬਾਬਾ ਉਹ ਬੇਰੀ ਉਹਨਾਂ ਦੇ ਘਰ ਵਿੱਚ ਹੀ ਸੀ ਜਾਂ ਬਾਹਰ ਪੈਲੀ ਦੇ ਵਿੱਚ? ਪੈਲੀ ਦੇ ਵਿੱਚ। ਪੈਲੀ ਦੇ ਵਿੱਚ। ਅੱਛਾ ਅੱਛਾ, ਯਾਨੀ ਉਹ ਬੇਰੀ ਨੂੰ ਮੁਕੱਦਸ ਸਮਝਦੇ ਸਨ, ਮਤਲਬ ਉਹਦੇ ਬੇਰੀ ਦੁਆਲੇ ਆਪ ਅੱਲਾ ਜਾਣੇ ਜੀ ਉਹਦੇ ਉਹਨਾਂ ਦੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਉਹਨਾਂ ਨੇ। ਇਹ ਸੁਣਦੇ ਰਹੇ ਜੇ ਸਾਡੇ ਵੱਡੇ ਸਨ, ਉਹਦਾ ਨਾਮ ਬਰਕਤ ਸੀ, ਉਹ ਬਹੁਤ ਹੋ ਗਿਆ। ਇੱਕ ਜਿਹੜੇ ਸਾਡੇ ਜਮਿਆਰ ਗਏ ਸਨ ਉਦੋਂ ਇੱਥੋਂ ਜਦੋਂ ਪਾਕਿਸਤਾਨ ਤੋਂ ਇੰਡੀਆ 'ਚ ਗਏ ਹਨ, ਉਦੋਂ ਉਹਨਾਂ ਨੂੰ ਇੱਕ ਖੱਤ ਆਇਆ ਸੀ। ਉਹ ਖੱਤ ਦੇ ਉੱਤੇ ਵਰਿਆਮ ਲਿਖਿਆ ਕਿ ਅੱਲਾ ਜਾਣੇ ਡਾਕਖਾਨਾ ਵਰਿਆਮ ਸੀ ਜਾਂ ਜਿਸੇ ਗਏ ਸਨ ਉਸ ਪਿੰਡ ਦਾ ਨਾਮ ਵਰਿਆਮ ਸੀ। ਲੇਕਿਨ ਫਿਰ ਬਾਅਦ ਦੇ ਜੋ ਖੱਤ ਜਿਹੜਾ ਨਾ ਉਹ ਸਾਨੂੰ ਨਹੀਂ ਮਿਲਿਆ, ਬੰਦਾ ਹੀ ਫੌਤ ਹੋ ਗਿਆ ਤੇ ਉਹ ਖੱਤ ਦੇ ਵਿੱਚ ਡਰੈਸ ਵੀ ਜਿਹੜਾ ਸਾਡੇ ਕੋਲ ਉਹ ਮਤਲਬ ਸਾਨੂੰ ਨਹੀਂ ਲੱਭਾ। ਸਾਡੇ ਕੋਈ ਪਿਆਰੇ ਮਿੱਤਰ ਦੋਸਤ ਤੁਸੀਂ ਕਹਿ ਲਓ, ਭੁਪਿੰਦਰ ਕੁਮਾਰ ਲੁਧਿਆਣੇ ਤੋਂ ਨੇ, ਰੋਪੜ ਗਾਂ ਉਹ ਇਹਨਾਂ ਦੇ ਸੱਜਣ ਬੇਲੀ ਮਿੱਤਰ ਨੇ ਰਾਕੇਸ਼ ਕੁਮਾਰ ਸੰਘਾਣੀਆਂ। ਉਹਨਾਂ ਦਾ ਕਹਿਣਾ ਸੀ ਕਿ ਮੇਰੀ ਜੋ ਦਾਦੀ ਜੀ ਦਾ ਪੇਗਾ ਪਿੰਡ ਸੀ ਨਾ, ਉਹ ਸੀ ਪਿੰਡ ਸੱਤੋਵਾਲੀ। ਯਾਨੀ ਕੁੱਲ ਮਿਲਾ ਕੇ ਕਿ ਜਿੰਨਾ ਗਲੀਆਂ ਚੋਂ ਖੇਡੀ, ਜਿਸ ਪਿੰਡ ਵਿੱਚ ਜੰਮੀ ਪਲੀ, ਉਹ ਪਿੰਡ ਸੱਤੋਵਾਲੀ ਸੀ। ਤੇ ਉਹਨਾਂ ਦੀ ਵੀ ਰਿਕੁਐਸਟ ਸੀ, ਠੀਕ ਹੈ, ਤੇ ਤੁਸੀਂ ਇਹਨਾਂ ਵਾਸਤੇ ਵੀ ਜ਼ਰੂਰ ਕੋਈ ਮੈਸੇਜ ਦਿਓ ਕਿ ਆਉਣ ਵਾਲੇ ਵਕਤ 'ਚ ਕੋਈ ਇਹਨਾਂ ਦਾ ਦਿਲ ਕਰਦਾ ਆਪਣੀ ਦਾਦੀ ਦਾ ਪਿੰਡ ਵੇਖਣ ਤੇ ਦਾਦੀ ਦਾ ਜੇ ਸਿੱਟਾ ਜੇ ਉਹਨੂੰ 100 ਬਿਸਮਿਲ੍ਲਾ ਆਪਣੇ ਪਿੰਡ ਆ ਕੇ ਵੇਖੇ ਉਹਨੂੰ ਅਸੀਂ ਵੈਲਕਮ ਕਵਾਂਗੇ। ਬਹੁਤ ਜ਼ਿਆਦਾ ਉਹਨੂੰ ਅਸੀਂ ਇਸ ਚੀਜ਼ ਦਾ ਪਿਆਰ ਵੀ ਦੇਵਾਂਗੇ। ਆਪਣਾ ਪਿੰਡ ਵੇਖੇ, 100 ਵਾਰੀ ਵੇਖੇ ਜੀ ਜੀ, ਆਪਣੀਆਂ ਗਲੀਆਂ ਵੇਖੇ, ਆਪਣਾ ਘਰ ਵੇਖੇ, ਆਪਣੀ ਜਗ੍ਹਾ ਜਿੱਥੇ ਰਹਿੰਦੇ ਸਨ ਉਹ ਵੇਖੇ ਜੀ ਜੀ ਜੀ। अस्सलाम वालेकुम बाबा जी। जी वालेकुम सलाम। बाबा जी की हाल है जी? अल्लाह की रहमत करम मालूम जी जी, अल्लाह पाक करम ही रखे। की नाम जी अपना? अकबर अली नंबरदार सत्तोवाली। अकबर अली नंबरदार सत्तोवाली, पिंड सत्तोवाली। पिंड सत्तोवाली। अच्छा जी। ते बाबा जी अपना जद्दी पिंड सत्तोवाली? साडा जद्दी पुश्ती पिंड सत्तोवाली। यानी बाप दादा बाबा परदादा सब इत्थे हमेशा तो इत्थों दे ही रहन वाले। ठीक है। ते तुसी अपने नाम दे अगे लाया नंबरदार? जी जी। यानी ਇਹਦਾ ਮਤਲਬ ਕਿ ਨੰਬਰਦਾਰੀ ਸ਼ੁਰੂ ਤੋਂ ਤੁਹਾਡੇ? ਨੰਬਰਦਾਰੀ ਸਾਡੇ ਤੋਂ ਜੱਦੀ ਪੁੱਛੀ, ਸਾਡੇ ਵਾਲਦ ਸਾਹਿਬ ਸਨ, ਵਾਲਦ ਸਾਹਿਬ ਦੇ ਗੋਪੀ ਹੋ ਸਨ। ਉਸ ਤੋਂ ਬਾਅਦ ਮੇਰਾ ਭਾਈ ਸੀ ਵੱਡਾ, ਠੀਕ ਹੈ। ਉਸ ਤੋਂ ਬਾਅਦ ਉਹਦਾ ਨਾਮ ਸ਼ਰੀਫ ਸੀ। ਅੱਛਾ ਜੀ। ਸ਼ਰੀਫ ਤੋਂ ਬਾਅਦ ਫਿਰ ਮੈਂ ਮਤਲਬ ਉਹ ਫੌਤ ਹੋ ਗਿਆ। ਉਸ ਤੋਂ ਬਾਅਦ ਫਿਰ ਮੇਰੇ ਕੋਲ ਨੰਬਰਦਾਰੀ ਆ ਗਈ। ਠੀਕ ਹੈ। ਤੇ ਮੈਂ ਨੰਬਰਦਾਰ ਪਿੰਡ ਲਾਇਆ ਮੁਕੇ ਨੰਬਰਦਾਰ ਪਿੰਡ ਜੀ। ਮਤਲਬ ਕੁੱਲ ਮਿਲਾ ਕੇ ਕਹ ਲਓ ਕਿ 100 200 300 ਸਾਲ ਤੋਂ ਨੰਬਰਦਾਰੀ ਸਾਡੇ ਕੋਲ ਹੀ, ਤੁਹਾਡੇ ਘਰਾਣੇ ਜਦੋਂ ਪਿੰਡ ਵੱਜਿਆ ਸੱਤਵਾਰੀ ਉਦੋਂ ਵੀ ਸਾਡੇ ਕੋਲ। ਠੀਕ ਹੈ। ਸੱਤੋਵਾਲੀ ਦਾ ਜ਼ਿਲ੍ਹਾ ਤਹਿਸੀਲ ਜਿਹੜਾ ਸਿਆਲਕੋਟ। ਅੱਛਾ। ਡਾਕਖਾਨਾ ਪੀਰੋ ਚੱਕ ਸੀ। ਠੀਕ ਹੈ। ਤੇ ਜ਼ਿਲ੍ਹਾ ਵੀ ਸਿਆਲਕੋਟ, ਤਹਿਸੀਲ ਵੀ ਸਿਆਲਕੋਟ। ਕਿਆ ਆਇਆ ਡਾਕਖਾਨਾ ਅੱਜ ਵੀ ਪੀਰੋ ਚੱਕ ਹੀ ਹੈ? ਡਾਕਖਾਨਾ ਅਜੇ ਵੀ ਪੀਰੋ ਚੱਕ ਹੀ ਹੈ।
ਠੀਕ ਹੈ। ਜੇਕਰ ਤੁਹਾਨੂੰ ਮੈਂ ਕਹਾਂ ਕਿ ਅੱਜ ਤੋਂ 100 ਸਾਲ ਪਿੱਛੇ ਟੁਰ ਜਾਈਏ, ਮਤਲਬ ਜਦੋਂ ਪਾਕਿਸਤਾਨ ਵਜੂਦ 'ਚ ਨਹੀਂ ਸੀ ਆਇਆ, ਉਹਦੀ ਵੀ ਡਰੈਸ ਹੈ ਹੀ ਸੀ? ਉਦੋਂ ਵੀ ਡਰੈਸ ਸੀ, ਸ਼ੁਰੂ ਤੋਂ ਜਦੋਂ ਅਸਾਂ ਹੋਸ਼ ਸੰਭਾਲੀ ਉਦੋਂ ਦਾ ਹੀ ਡਰੈਸ ਸੀ। ਠੀਕ ਠੀਕ। ਔਰ ਸਿਆਲਕੋਟ ਸ਼ਹਿਰ ਤੋਂ ਕਿੰਨੀ ਦੂਰ ਹੋਇਆ ਜੀ ਪਿੰਡ ਸੱਤੋਵਾਲੀ? ਤਕਰੀਬਨ ਇੱਥੋਂ ਤਕਰੀਬਨ ਕੋਈ 3 ਸਵਾ 3 ਸਾਢੇ 3 ਮੀਲ ਹੋਣਾ। ਅੱਛਾ ਅੱਛਾ, ਮਤਲਬ ਸਿਆਲਕੋਟ ਦੇ ਕਹਿ ਲਓ ਕਿ ਨਜ਼ਦੀਕ ਹੀ, ਰੇਡੀਅਸ 'ਚ ਆਉਂਦਾ। ਨਜ਼ਦੀਕ। ਜੀ ਠੀਕ ਹੋ ਗਿਆ, ਠੀਕ ਹੋ ਗਿਆ। ਬਾਬਾ ਜੀ ਪਿੰਡ ਸੱਤੋਵਾਲੀ ਦੀ ਹੈ ਨਾ ਕੁਝ ਪੁਰਾਣੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰਾਂਗੇ। ਇੱਕ ਤੇ ਇਹ ਦੱਸ ਸਕਦੇ ਹੋ ਕਿ ਸੱਤੋਵਾਲੀ ਦੀ ਵਜ੍ਹਾ ਤਸਮੀਆਂ ਕਿ ਆਇਆ ਕੋਈ ਬਾਬਾ ਸੀ ਜਿਹਦੇ ਨਾਂ ਤੇ ਪਿੰਡ ਆਬਾਦ, ਜਾਂ ਕੀ ਇਹਦੇ ਇਹ ਬਾਰੇ? ਸਾਡੇ ਵੱਡੇ ਦਾਦਿਆਂ ਨੂੰ ਸੱਤੋ, ਸਾਰਨ, ਧੀਰਾ ਤੇ ਮੋਹਰੀ ਇਹ ਭੈਣ ਭਰਾ ਸਨ। ਅੱਛਾ ਇੱਕ ਦਾ ਨਾਂ ਸੱਤੋ ਸੀ, ਉਹ ਵੀ ਭੈਣ ਸੀ। ਅੱਛਾ ਜੀ ਸਾਰਨ ਜਿਹੜੀ ਸੀ ਇਹ ਵੀ ਭਰਾ ਸੀ। ਠੀਕ ਹੈ। ਸੱਤੋ, ਸਾਰਨ, ਧੀਰਾ ਜਿਹੜਾ ਸੀ ਉਹ ਭਰਾ ਸੀ, ਤੇ ਮੋਹਰੀ ਉਹ ਵੀ ਭਰਾ ਸੀ। ਅੱਛਾ ਇਹ ਜਿਹੜੇ ਫਿਰ ਆਪਣੋਂ ਦੀ ਵੰਡ ਦੇ ਮੁਤਾਬਕ ਜਿਹੜਾ ਸੱਤੋ ਸੀ ਨਾ, ਉਹ ਸੱਤੋ ਰਹਿ ਗਿਆ, ਇਹਦਾ ਨਾਂ ਸੱਤੋਵਾਲੀ ਮਸ਼ਹੂਰ ਹੋ ਗਿਆ। ਠੀਕ ਹੋ ਗਿਆ। ਜਿਹੜਾ ਸਾਰਨ ਸੀ ਉਹ ਸਹਾਰਨਪੁਰ ਤੁਰ ਗਿਆ। ਇੱਕ ਧੀਰਾ ਸੰਦਾ ਸੀ, ਆ ਕੋਲ ਧੀਰਾ ਸੰਦਾ, ਉਹ ਧੀਰੇ ਥੱਲੇ ਤੁਰ ਗਿਆ। ਵਾਹ ਜੀ ਵਾਹ। ਇੱਕ ਦਾ ਨਾਂ ਮੋਹਰੀ ਸੀ, ਉਹ ਮੋਹਰੀ ਕੇ ਪਿੰਡ ਇੱਥੇ ਆਪਣਾ ਜ਼ਿਲ੍ਹੇ ਸਿਆਲਕੋਟ ਜੀ, ਉਹ ਮੋਹਰੀ ਕੇ ਚਲਾ ਗਿਆ। ਇੱਥੋਂ ਮੇਰਾ ਨਾਮ ਮਸ਼ਹੂਰ ਹੋ ਗਿਆ ਜਿਹੜਾ ਸੱਤੋਵਾਲੀ। ਵਾਹ ਜੀ ਵਾਹ, ਵਾਹ ਜੀ ਵਾਹ। ਠੀਕ ਹੈ ਠੀਕ ਹੈ। ਗੱਲ ਕਰਨੀ ਹੈ ਪਾਕਿਸਤਾਨ ਬਣਨ ਤੋਂ ਪਹਿਲੇ ਦੀ। ਸੱਤੋਵਾਲੀ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਆਬਾਦ ਸੀ? ਸੱਤੋਵਾਲੀ ਪਿੰਡ ਦੇ ਵਿੱਚ ਬਰਾਦਰੀ ਇੱਕ ਤਾੜਰ ਬਰਾਦਰੀ ਹੈ, ਅੱਛਾ ਜੀ। ਸਿੱਧੂ ਬਰਾਦਰੀ ਹੈ, ਨਿੰਦੂ ਬਰਾਦਰੀ ਹੈ, ਤੇ ਤੂਰ ਬਰਾਦਰੀ ਹੈ, ਸੰਦਾ ਬਰਾਦਰੀ ਹੈ, ਅੱਛਾ, ਤੇ ਬੂਬਕ ਬਰਾਦਰੀ ਹੈ। ਬੂਬਕ ਅੱਛਾ, ਇਹ ਵੀ ਬਰਾਦਰੀ ਹੈ। ਰਾਜੂ ਬਰਾਦਰੀ ਹੈ। ਅੱਛਾ ਜੀ। ਮਤਲਬ ਆਪਣਾ ਨੇ ਮੁਗਲ ਬਰਾਦਰੀ ਹੈ। ਠੀਕ ਹੈ। ਉਸੇ ਰਲੀਆਂ ਮਿਲੀਆਂ ਸਾਰੀਆਂ ਬਰਾਦਰੀਆਂ ਸੱਤੋਵਾਲੀ ਦੇ ਵਿੱਚ ਨੇ। ਠੀਕ ਹੈ। ਤੇ ਇਹ ਜੋ ਤੁਸੀਂ ਬਰਾਦਰੀਆਂ ਦੱਸੀਆਂ, ਸਭ ਕਾਸਾਂ ਦੱਸੀਆਂ, ਇਹ ਸਾਰੇ ਆਪਣਾ ਜੱਟ ਬਰਾਦਰੀ, ਜੱਟ ਕਮਿਊਨਿਟੀ ਦੇ ਲੋਕ ਨੇ? ਇਹ ਸਾਰੇ ਜੱਟ ਕਮਿਊਨਿਟੀ ਦੇ ਨੇ। ਜਿਹੜੇ ਮੁਗਲ ਨੇ ਨਾ, ਉਹ ਮਤਲਬ ਦੂਸਰੇ ਮਤਲਬ ਆਪਣਾ ਕਾਰੋਬਾਰ ਵੱਖਰਾ। ਠੀਕ ਹੈ। ਤੇ ਆਪਣੀ ਬਾਬਾ ਜੀ ਕਿਹੜੀ ਬਰਾਦਰੀ ਹੋ ਗਈ? ਸਾਡੀ ਸੰਦਾ ਬਰਾਦਰੀ। ਸੰਦਾ ਜੱਟ। ਚੋਰੀ ਬੁੱਢੇ ਖਾਨ ਦਾ ਮੈਂ ਪੁੱਤਰ। ਅੱਛਾ। ਉਹ ਮੇਰਾ ਨੰਬਰਦਾਰ ਸਨ। ਉਸ ਤੋਂ ਬਾਅਦ ਉਹਨਾਂ ਦੇ ਵਾਲਦ ਸਾਹਿਬ ਸਨ। ਉਹਨਾਂ ਦਾ ਵੀ ਨਾਂ ਜ਼ਰੂਰ ਦੱਸੋ ਆਪਣੇ ਦਾਦਾ ਜੀ ਦਾ। ਮੰਦ ਬਖਸ਼। ਵਾਲਦ ਸਾਹਿਬ ਦਾ ਨਾਮ ਬੁੱਢਾ ਸੀ, ਜਿਹੜਾ ਵਾਲਦ ਸਾਹਿਬ ਦਾ ਪਿਓ ਸੀ ਉਹਦਾ ਨਾਮ ਮੰਦ ਬਖਸ਼ ਸੀ। ਠੀਕ ਹੈ। ਯਾਨੀ ਬਾਬਾ ਬੁੱਢਾ ਇਸ ਇਲਾਕੇ ਦਾ ਮਸ਼ਹੂਰ ਆਦਮੀ ਸੀ, ਲੋਕ ਸਾਰੇ ਬਿਲਕੁਲ ਮਸ਼ਹੂਰ ਆ। ਨੰਬਰਦਾਰ ਸਨ ਉਹ। ਜੀ ਜੀ ਬਿਲਕੁਲ ਬਿਲਕੁਲ। ਬਾਬਾ ਜੀ ਸੱਤੋਵਾਲੀ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਨਾ, ਇਹਨਾਂ ਦੇ ਨਾਮ ਦੱਸ ਦਿਓ। ਸੱਤੋਵਾਲੀ ਦੇ ਨਾਲ ਵੇਖੋ ਜੀ, ਢੁੱਡੀਆਂ ਵਾਲੀ ਪਿੰਡ ਹੈ, ਗੁਜਰਾਲਾ ਪਿੰਡ ਹੈ, ਮੰਡਿਆਂ ਵਾਲਾ ਪਿੰਡ ਹੈ, ਪ੍ਰਾਗਪੁਰ ਪਿੰਡ ਹੈ, ਅੱਗੇ ਛਾਉਣੀ ਸਲਹਿਰੀਆਂ ਪਿੰਡ ਹੈ, ਕੋਟ ਦੀਨਦਾਰਾਂ ਦਾ ਪਿੰਡ ਹੈ। ਇਹ ਮੁਲਕ ਨਾਲ ਜਿਹੜੇ ਢਿਲਮਗਾ ਦੀ ਪਿੰਡ ਹੈ, ਇਹ ਨਾਲ ਪਿੰਡ ਗੁਜਰਾਲਾ ਪਿੰਡ ਹੈ। ਠੀਕ ਹੈ। ਇਹ ਨਾਲ ਪਿੰਡ ਜਿਹੜੇ ਪਿੰਡ ਤੁਸੀਂ ਦੱਸੇ, ਇਹਨਾਂ ਵਿੱਚੋਂ ਕੋਈ ਪਾਕਿਸਤਾਨ ਬਣਨ ਤੋਂ ਬਾਅਦ ਕੋਈ ਨਵਾਂ ਪਿੰਡ ਵੀ ਬਣਿਆ, ਜਾਂ ਇਹਨਾਂ ਦੀ ਤਾਰੀਖ ਵੀ ਪਾਕਿਸਤਾਨ ਬਣਨ ਤੋਂ ਪਹਿਲੇ? ਤਾਰੀਖ ਪਾਕਿਸਤਾਨ ਤੋਂ ਪਹਿਲਾਂ ਨਹੀਂ, ਜਦੋਂ ਅਸੀਂ ਸੁਣਦੇ ਆਇਆ ਨਾ, ਉਦੋਂ ਸਿਰ ਇਹਨਾਂ ਦੇ ਨਾਂ ਹੀ ਇਹ ਨੇ। ਜਦ ਪਾਕਿਸਤਾਨ ਬਣਿਆ ਵੇ 1947 14 ਅਗਸਤ ਨੂੰ, ਤੇ ਉਸ ਵੇਲੇ ਕਿੰਨੀ ਉਮਰ ਸੀ ਆਪਣੀ? ਉਦੋਂ ਮੇਰਾ ਖਿਆਲ ਆਉਂਦਾ ਸਾਨੂੰ ਇੰਨਾ ਪਤਾ ਕਿ ਅਸੀਂ ਉਦੋਂ ਛੋਟੇ ਆ ਤੇ ਪੜ੍ਹਦੇ ਸਾਂ। ਅੱਛਾ। ਲੇਕਿਨ ਇਹਨਾਂ ਜਿਹੜੇ ਸਾਡੇ ਚਮਿਆਰ ਸਨ, ਜਿਸ ਵੇ ਮਤਲਬ ਜਿਹੜੇ ਸਾਡੇ ਪਿੰਡ ਵਾਲੇ ਚਮਿਆਰ ਸਨ, ਜੀ ਜੀ, ਇਹਨਾਂ ਦੇ ਮਤਲਬ ਆਪਣਾ ਉਹ ਬੱਚੇ, ਇੱਕ ਦਾ ਨਾਮ ਸਾਈਂ ਸੀ, ਅੱਛਾ, ਇੱਕ ਦਾ ਨਾਮ ਅਮਰਾ ਸੀ। ਇਹ ਅਮਰਾ ਤੇ ਸਾਈਂ ਦੋਵੇਂ ਸਕੇ ਭਰਾ ਸਨ। ਅੱਛਾ। ਉਦੋਂ ਸਾਡੇ ਪਿੰਡ ਇੱਕ ਛੱਪੜ ਹੁੰਦਾ ਸੀ। ਅੱਛਾ ਜੀ। ਉਹ ਛੱਪੜ ਦੇ ਵਿੱਚ ਅਸੀਂ ਨਹਾਉਂਦੇ ਸਾਂ, ਤੇ ਮੇਰਾ ਇੱਕ ਭਣੇਵਾ ਚੋਰੀ ਮੁਹੰਮਦ ਵਾਰਸ, ਅੱਛਾ, ਉਹ ਦੈਸ ਮੁੱਕਿਆ ਜੀ, ਉਹ ਨਹਾਉਂਦਾ ਹੀ ਪਿਆ। ਤੇ ਇਹ ਜਿਹੜਾ ਸਾਈਂ ਹੈ ਨਾ, ਇਹ ਵੀ ਛੋਟਾ ਸੀ। ਇਹਨਾਂ ਦੀ ਸ਼ਰਤ ਲੱਗ ਗਈ ਕਿ ਵੀ ਜਿਹੜਾ ਚੁੱਭੀ ਮਾਰੇ ਜ਼ਿਆਦਾ ਪਾਣੀ ਦੇ ਵਿੱਚ, ਵੇਖਣਾ ਕਿੰਨਾ ਦੇਰ ਰਹਿੰਦਾ। ਉਹ ਫਿਰ ਇਹਨਾਂ ਨੇ ਚੁੱਭੀ ਮਾਰੀ, ਜੋ ਠੀਕਰੀ ਨਾਲ ਇੱਕ ਤੋਤਿਆਰੀ ਕੱਢਦੇ ਹਾਂਜੀ ਹਾਂਜੀ ਪਾਣੀ ਦੇ ਵਿੱਚ। ਉਹ ਜਦੋਂ ਉਹਨੇ ਉੱਠਿਆ ਨਾ, ਤੇ ਉਹਨੇ ਇਧਰੋਂ ਮਾਰ ਦਿੱਤੀ, ਉਹ ਤੋਤਿਆਰੀ ਕੱਢੀ, ਉਹ ਜਿਹੜੀ ਠੀਕਰੀ ਸੀ ਉਹ ਜਾ ਕੇ ਉਹਦੀ ਅੱਖ ਦੇ ਵੱਜੀ, ਉਹਦਾ ਖੂਨ ਵਗਣ ਲੱਗ ਪਿਆ। ਅੱਛਾ। ਉਹ ਫਿਰ ਅਸੀਂ ਆਪੇ ਥੋੜੇ ਜਿਹੇ ਪਰੇਸ਼ਾਨ ਹੋ ਗਏ। ਉਹ ਫਿਰ ਉਹਨੂੰ ਆਖਿਆ, ਯਾਰ ਤੂੰ ਗਲਤ ਕੀਤਾ। ਉਹਨੇ ਆਖਿਆ, ਮੈਨੂੰ ਕੀ ਪਤਾ ਸੀ, ਸਾਈਂ ਨੇ। ਤੇ ਉਹ ਫਿਰ ਗੱਲ ਜਿਹੜੀ ਸੀ ਨਾ, ਉਹ ਰਫਾ ਦਫਾ ਹੋ ਗਈ ਸੀ। ਅੱਛਾ ਅੱਛਾ। ਉਹ ਦੋਵੇਂ ਸਕੇ ਭਰਾ ਸਨ। ਇਹ ਮਿਲਖੀ ਦੇ ਮੇਰਾ ਦੇ ਪੁੱਤਰ ਸਨ ਦੋਵੇਂ, ਅਮਰਾ ਤੇ ਸਾਈਂ। ਬਾਬੇ ਮਿਲਖੀ ਦੇ ਪੁੱਤਰ ਸਨ ਅਮਰਾ ਤੇ ਸਾਈਂ। ਅਮਰਾ ਤੇ ਸਾਈਂ ਤੁਹਾਡੇ ਹਾਣ ਦੇ ਸਨ ਜਾਂ ਤੁਹਾਡੇ ਛੋਟੇ ਹੀ ਸਨ? ਅੱਛਾ। ਸਾਡੇ ਹਾਣੀ ਸਨ, ਸਾਡੇ ਹਾਣੀ ਸਨ। ਤੁਸੀਂ ਦੱਸਿਆ ਕਿ ਭਾਈ ਪਾਕਿਸਤਾਨ ਬਣਨ ਤੋਂ ਪਹਿਲੇ ਤੁਸੀਂ ਸਕੂਲ ਜਾਂਦੇ ਰਹੇ, ਪੜ੍ਹਦੇ ਰਹੇ, ਤੇ ਕਿੰਨਵੀਂ ਜਮਾਤ ਚ? ਦੂਜੀ, ਪਹਿਲੀ? ਦੂਸਰੀ ਜਾਂ ਤੀਸਰੀ, ਦੂਸਰੀ ਚ ਹੋਵਾਂਗੇ ਜਾਂ ਪਹਿਲੀ ਚ ਹੋਵਾਂਗੇ, ਇੰਨਾ ਸਾਨੂੰ ਪਤਾ ਹੈ। ਜਦੋਂ ਮਤਲਬ ਇਹ ਆਪਣਾ ਇਹ ਗਏ ਨੇ ਨਾ, ਇਹ ਮਤਲਬ ਸਾਡੇ ਚਮਿਆਰ ਜਿਹੜੇ ਚਮਿਆਰ ਇਹਨਾਂ ਨੂੰ ਆਉਂਦੇ ਸਨ। ਹਾਂਜੀ। ਇਹ ਜਦੋਂ ਗਏ ਸਨ, ਉਦੋਂ ਛੋਟੇ ਹੀ ਸਨ। ਅੱਛਾ। ਇਹ ਫਿਰ ਇਹਨਾਂ ਨਾਂ
ਇਹ ਸਾਈਂ ਸੀ, ਇੱਕ ਦਾ ਨਾਂ ਅਮਰਾ ਸੀ, ਕਰਤਾਰ ਸੀ, ਇੱਕ ਦਾ ਨਾਂ ਫੱਗੂ ਸੀ, ਇੱਕ ਦਾ ਨਾਂ ਮਿਲਕੀ ਸੀ, ਇੱਕ ਦਾ ਨਾਂ ਬੇਦੀ ਸੀ। ਵਾਹ ਵਾਹ। ਤੇ ਇਹ ਜਿਹੜਾ ਇੱਕ ਦਾ ਜਿਹੜਾ ਇਹਨਾਂ ਕਰਤਾਰ ਸੀ, ਕਰਤਾਰ ਉਹਦੀ ਸ਼ਾਦੀ ਵੀ ਇੱਥੇ ਹੋਈ ਸੀ। ਅੱਛਾ। ਉਹਨਾਂ ਨੇ ਆਪਣੀ ਰਸਮ ਦੇ ਮੁਤਾਬਕ ਇੱਕ ਬੇਰੀ ਸੀ, ਅੱਛਾ ਉਹ ਬੇਰੀ ਦੇ 4 ਚੇਰੇ ਚੱਕਰ ਲਾਉਂਦੇ ਹਨ ਦੋਵੇਂ ਮੀਆਂ ਬੀਬੀ। ਅੱਛਾ, ਇਹ ਵੀ ਅਸਾਂ ਵੇਖਿਆ ਸੀ। ਇਹ ਤੁਸੀਂ ਆਪਣੀ ਅੱਖੀ ਵੇਖਿਆ? ਇਹ ਅਸੀਂ ਆਓਗੇ ਉਹ ਛੋਟੇ ਹੁੰਦੇ ਆ ਤੇ ਵੇਖਦੇ ਆ ਹਾਂ। ਕੋਲ ਨੇ, ਇਹ ਫਿਰ ਅਸਾਂ ਉਹਨਾਂ ਨੂੰ ਵੇਖਿਆ ਸੀ। ਠੀਕ ਹੈ। ਤੇ ਬਾਬਾ ਉਹ ਬੇਰੀ ਉਹਨਾਂ ਦੇ ਘਰ ਵਿੱਚ ਹੀ ਸੀ ਜਾਂ ਨਹੀਂ ਸਰ, ਬਾਹਰ ਪੈਲੀ ਦੇ ਵਿੱਚ। ਪੈਲੀ ਦੇ ਵਿੱਚ ਪੈਲੀ ਦੇ ਬੇਰੀ ਸੀ। ਵਿੱਚ। ਅੱਛਾ ਅੱਛਾ, ਯਾਨੀ ਉਹ ਬੇਰੀ ਨੂੰ ਮੁਕੱਦਸ ਸਮਝਦੇ ਸਨ, ਮਤਲਬ ਉਹਦੇ ਬੇਰੀ ਦੁਆਲੇ ਆਪ ਅੱਲਾ ਜਾਣੇ ਜੀ ਉਹਦੇ ਹਾਂ। ਉਹਨਾਂ ਦੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਉਹਨਾਂ ਨੇ। ਠੀਕ ਹੈ ਠੀਕ ਹੈ। ਅੱਛਾ, ਸਕੂਲ ਤੁਸੀਂ ਜਾਂਦੇ ਰਹੇ, ਕਿਹੜਾ ਸਕੂਲ ਸੀ ਭਲਾ ਆਪਣਾ? ਸੱਤੋਵਾਲੀ 'ਚ ਹੈ ਸੀ ਉਦੋਂ? ਅਚਵਾਲੀ ਨਹੀਂ ਸੀ, ਅਸੀਂ ਕੋਟ ਮੰਡਿਆਲੇ ਜਾਂਦੇ ਹੁੰਦੇ ਆ। ਕੋਟ ਮੰਡਿਆਂ ਵਾਲਾ? ਕੋਟ ਮੰਡਿਆਲਾ। ਅੱਛਾ, ਉਹ ਇੱਥੋਂ ਕਿੰਨਾ, ਉਹ ਵੀ ਲੱਗ ਆ ਨਜ਼ਦੀਕ ਹੀ ਹੋਗੀ। ਅੱਛਾ, ਤੇ ਉਦੋਂ ਤੁਹਾਨੂੰ ਪਤਾ ਨਾ ਪ੍ਰਾਇਮਰੀ ਚੌਥੀ ਜਮਾਤ ਤੱਕ ਸੀ, ਫਿਰ ਲੋਅਰ ਮਿਡਲ 6ਵੀਂ ਤੱਕ ਆ ਔਰ ਗਿਆ। ਇਹ ਮਤਲਬ ਸਾਡੇ ਬਾਅਦ ਵਿੱਚ 8ਵੀਂ 9ਵੀਂ ਹੋਇਆ, ਹਾਂ। ਉਦੋਂ ਛੋਟੀਆਂ ਜਮਾਤਾਂ ਦਾ। ਛੋਟੀਆਂ ਜਮਾਤਾਂ ਸਨ। ਤੇ ਟੀਚਰ ਦਾ ਨਾਮ ਯਾਦ ਹੈ ਤੁਹਾਨੂੰ? ਜੀ ਟੀਚਰ ਦਾ ਆਪਣੇ ਦਾ ਉਸ ਵੇਲੇ ਦਾ ਜੋ ਪੜ੍ਹਾਉਂਦੇ ਸਨ ਤੁਹਾਨੂੰ, ਜਾਂ ਕਿੱਥੋਂ ਦੇ ਰਹਿਣ ਵਾਲੇ ਸਨ? ਜਿੱਦਾਂ ਤੁਹਾਨੂੰ ਪਤਾ ਹੀ ਉਸ ਵੇਲੇ ਸਾਂਝੇ ਖਾਤੇ ਸਨ, ਹਿੰਦੂ ਸਿੱਖ ਲੋਕ ਨਾਂ ਟੀਚਰ। ਦਾ ਮੈਨੂੰ ਨਹੀਂ ਯਾਦ, ਹਾਂ ਹਾਂ। ਲੇਕਿਨ ਉਹ ਪੜ੍ਹਾਉਂਦੇ ਵੀ ਉਹ ਤੋਂ ਕੋਟ ਨਹੀਂ ਰਹਿਣ ਵਾਲੇ ਸਨ। ਅੱਛਾ, ਕੋਟ ਦੇ ਰਹਿਣ ਵਾਲੇ ਸਨ। ਨਾਂ ਦਾ ਨਹੀਂ ਮੈਨੂੰ ਕੋਈ ਯਾਦ। ਠੀਕ ਠੀਕ ਠੀਕ। ਤੇ ਆਪਣੇ ਜਿਹੜੇ ਕਲਾਸ ਫੈਲੋ ਸਨ, ਹਾਂ। ਮੁਸਲਮਾਨਾਂ ਤੋਂ ਇਲਾਵਾ ਹਿੰਦੂ ਸਿੱਖਾਂ ਦੇ? ਇਹਨਾਂ ਨਾਲ ਸਾਡੇ ਨਾਲ ਕਲਾਸ ਫੈਲੋ ਕੋਨੇ ਸੀ। ਅੱਛਾ, ਇਹਨਾਂ ਦਾ ਕਲਾਸ ਫੈਲੋ ਸਾਡੇ ਨਾਲ ਇਹਨਾਂ ਨਹੀਂ ਸੀ ਕੋਈ ਨਹੀਂ ਸੀ। ਉਂਝ ਉਦਾਂ ਪੜ੍ਹਦੇ ਸਨ ਮੁੰਡੇ? ਮੁੰਡੇ ਸਿੱਖ ਸਿੱਖਾਂ ਦੇ, ਹਿੰਦੂਆਂ ਦੇ? ਛੋਟੇ ਨਾਲ ਜਿਹੜੇ 4 ਸਨ। ਨੰਬਰਦਾਰ ਇੱਕੋ ਹੀ ਸੀ, ਯਾਨੀ ਨੰਬਰਦਾਰੀ ਨੰਬਰਦਾਰ ਇੱਕੋ ਹੀ ਸੀ। ਉਹ ਵੀ ਮਤਲਬ ਤੁਹਾਡੇ ਵਾਲਦ ਸਾਹਿਬ? ਉਹ ਸਾਡੇ ਵਾਲਦ ਜਦੋਂ ਸਾਹਿਬ, ਪਾਕਿਸਤਾਨ- ਵਾਲਦ ਸਾਹਿਬ ਦੇ ਵਾਲਦ ਸਨ ਜਿਹੜੇ ਉਹ ਸਨ। ਜਦੋਂ ਪਾਕਿਸਤਾਨ ਬਣਿਆ ਵੇ ਉਦੋਂ ਜਦੋਂ ਪਾਕਿਸਤਾਨ ਬਣਿਆ ਉਦੋਂ ਸਾਡੇ ਵਾਲਦ ਸਾਹਿਬ ਨੰਬਰ। ਉਦੋਂ ਤੁਹਾਡੇ ਵਾਲਦ ਸਾਹਿਬ ਨੰਬਰਦਾਰ ਸਨ, ਉਦੋਂ ਪਿੱਛੇ ਤੁਹਾਡੇ ਦਾਦਾ ਜੀ ਸਨ। ਹਾਂ। ਬਿਲਕੁਲ ਠੀਕ ਹੋ ਠੀਕ ਹੋਗਾ। ਜਿਹੜੇ ਤੁਸੀਂ, ਅੱਛਾ, ਇਸ ਤੋਂ ਇਲਾਵਾ ਹਿੰਦੂ ਖੱਤਰੀ ਲੋਕ ਵੀ ਹੈ ਸਨ? ਹਿੰਦੂ ਕਈ ਸਿਰਫ ਵਿੱਚ ਮਿਆਰ ਹੀ ਸੀ ਇਹਨਾਂ ਨੂੰ, ਜੇ ਚਮਿਆਰ ਹੀ ਸਨ, ਹੋਰ ਖੱਤਰੀ ਕੋਲੇ ਚਮਿਆਰ ਹੀ ਸਨ। ਅੱਛਾ, ਤੇ ਦੁਕਾਨਦਾਰੀ ਹੈ ਸੀ ਪਿੰਡ 'ਚ ਉਸ ਵੇਲੇ? ਕੋਈ ਦੁਕਾਨਾਂ ਹੈ ਸਨ। ਅੱਛਾ, ਦੁਕਾਨਾਂ ਹੈ ਸਨ। ਦੁਕਾਨਾਂ ਨੂੰ ਸੌਦਾ ਲੈਂਦੇ ਹੁੰਦੇ ਨੇ, 1-2 ਦੁਕਾਨ ਸੀ, ਉੱਥੇ ਸੌਦਾ ਸਾਰੇ ਲੈਂਦੇ, ਉਹ ਵੀ ਲੈਂਦੇ ਹਨ, ਅਸੀਂ ਵੀ ਲੈਂਦੇ। ਤੇ ਤੁਹਾਨੂੰ ਯਾਦ ਹੈ ਦੁਕਾਨਦਾਰੀ ਉਦੋਂ ਕੌਣ ਕਰਦਾ ਸੀ? ਮੁਸਲਮਾਨ ਹੀ ਕਰਦੇ ਸਨ ਜਾਂ ਦੂਸਰੇ ਲੋਕ? ਨਹੀਂ ਉਦੋਂ ਮੁਸਲਮਾਨ ਹੀ ਕਰਦੇ। ਹਾਂ, ਕਿਉਂਕਿ ਇੱਥੇ ਆਬਾਦੀ ਅਕਸਰੀਅਤ ਮੁਸਲਮਾਨਾਂ ਦੀ ਸੀ ਤੁਹਾਡੇ। ਹਾਂ। ਠੀਕ ਠੀਕ ਹੈ। ਬਾਬਾ ਜੀ, ਲਾਮ ਦੇ ਪਿੰਡ ਤੁਸੀਂ ਦੱਸੇ, ਕਾਫੀ ਪਿੰਡ, ਇਹਨਾਂ ਪਿੰਡਾਂ ਦੇ ਵਿੱਚ ਜ਼ਿਆਦਾ ਜ਼ੋਰ ਮੁਸਲਮਾਨਾਂ ਦਾ ਸੀ ਜਾਂ ਆਬਾਦੀ ਰਲਵੀਂ ਸੀ? ਰਲੀ ਮਿਲੀ ਬਹੁਤ ਚੀਜ਼ਾਂ ਇਹਨਾਂ ਪਿੰਡਾਂ ਦੇ, ਜਿਹੜੇ 2 ਪਿੰਡਾਂ ਦੇ ਵਿੱਚ ਮਸ਼ਹੂਰ ਸਨ। ਦੱਗੜ ਦੇ ਵਿੱਚ ਸਿੱਖ ਜਿਹੜੇ ਸਨ, ਉਹਦੇ ਅਲੱਗ ਸ਼ਰੀਅਤ ਸਨ। ਠੀਕ ਹੈ। ਗੁੜੀ ਜ਼ਿਆਦਾ ਸ਼ਰੀਅਤ ਦੇ ਵਿੱਚ ਸਨ ਸਿੱਖ। ਗੁੜੀ ਮੱਲੀਆਂ ਜਿਹਨੂੰ ਇਹ ਗੁੜੀ ਮੱਲੀਆਂ। ਅੱਛਾ ਅੱਛਾ। ਇਹਨਾਂ ਪਿੰਡਾਂ ਵਿੱਚ ਜ਼ਿਆਦਾ ਦੀ ਸ਼ਰੀਅਤ ਸੀ ਸਿੱਖਾਂ ਦੀ। ਤੇ ਫਿਰ ਜਦੋਂ ਉਦੋਂ ਚਲੇ ਗਏ ਨੇ, ਉਦੋਂ ਫਿਰ ਆਪਣਾ ਪਤਾ ਨਹੀਂ ਉਹ ਕਿਹੜੇ ਠਾ ਗਏ ਨੇ। ਲੇਕਿਨ ਅਸੀਂ ਜਦੋਂ ਇਹ ਸੁਣਦੇ ਰਹੇ, ਜੇ ਸਾਡੇ ਵੱਡੇ ਸਨ, ਉਹਦਾ ਨਾਂ ਬਰਕਤ ਸੀ, ਉਹ ਬਹੁਤ ਹੋ ਗਿਆ। ਇੱਕ ਜਿਹੜੇ ਸਾਡੇ ਚਮਿਆਰ ਗਏ ਸਨ, ਉਦੋਂ ਇੱਥੋਂ ਜਦੋਂ ਪਾਕਿਸਤਾਨ ਤੋਂ ਇੰਡੀਆ 'ਚ ਗਏ ਹਨ, ਉਦੋਂ ਉਹਨਾਂ ਨੂੰ ਇੱਕ ਖੱਤ ਆਇਆ ਸੀ। ਉਹ ਖੱਤ ਦੇ ਉੱਤੇ ਵਰਿਆਮ ਲਿਖਿਆ ਕਿ ਅੱਲਾ ਜਾਨੇ ਡਾਕਖਾਨਾ ਵਰਿਆਮ ਸੀ ਜਾਂ ਜਿੱਥੇ ਗਏ ਸਨ ਉਸ ਪਿੰਡ ਦਾ ਨਾਮ ਵਰਿਆਮ ਸੀ। ਲੇਕਿਨ ਫਿਰ ਬਾਅਦ ਦੇ ਜੋ ਖੱਤ ਜਿਹੜਾ ਨਾ ਉਹ ਸਾਨੂੰ ਨਹੀਂ ਮਿਲਿਆ, ਬੰਦਾ ਹੀ ਬਹੁਤ ਹੋ ਗਿਆ। ਤੇ ਉਹ ਖੱਤ ਦੇ ਵਿੱਚ ਐਡਰੈਸ ਵੀ ਜਿਹੜਾ ਸਾਡੇ ਕੋਲ ਉਹ ਮਤਲਬ ਸਾਨੂੰ ਨਹੀਂ ਲੱਭਾ। ਉਹ ਖੱਤ ਘੱਲਣ ਵਾਲਾ ਅੱਲਾ ਜਾਣੇ ਇਹਨਾਂ ਚੋਂ ਬੰਦਾ ਸੀ, ਮਤਲਬ ਮਿਲਖੀ ਸੀ ਜਾਂ ਕੋਈ? ਇਹ ਨਹੀਂ ਪਤਾ ਕਿਹੜਾ ਸੀ, ਲੇਕਿਨ ਇਹਨਾਂ ਦੇ ਵਿੱਚੋਂ ਆਇਆ ਬਾਬੇ ਬਰਕਤ ਦੇ ਨਾਮ। ਬਾਬੇ ਬਰਕਤ ਦੇ ਨਾਮ। ਠੀਕ। ਬਾਬਾ ਬਰਕਤ ਹੀ ਬਹੁਤ ਹੋ ਗਿਆ। ਉਹਨਾਂ ਨਾਲ ਰਾਬਤਾ ਜਿਹੜਾ ਸੀ ਨਾ ਉਹ ਮਨਕਤਾ ਹੋ ਗਿਆ। ਉਹ ਕੋਈ ਚੱਲ ਨਹੀਂ ਪੁੱਛਦਾ। ਜੀ ਜੀ ਜੀ, ਸਹੀ ਹੈ ਸਹੀ ਹੈ। ਤੇ ਆਪਣੇ ਪਿੰਡ ਸੱਤੋਵਾਲੀ ਦੇ ਵਿੱਚ ਕੋਈ ਪੁਰਾਣੀ ਜਗ੍ਹਾ, ਕੋਈ ਬੋਰਡ ਦਾ ਰੁੱਖ, ਕੋਈ ਪਿੱਪਲ ਦਾ, ਜਾਂ ਫਿਰ ਕੋਈ ਕਿਸੇ ਬਜ਼ੁਰਗਾਂ ਦੇ ਨਾਂ ਤੇ ਕੋਈ ਦਰਬਾਰ ਸ਼ਰੀਫ? ਸਾਡੇ ਇੱਕ ਪੀਰ ਬਾਬਾ ਬੁੱਲੇ ਸ਼ਾਹ ਸਨ। ਬਾਬਾ ਬੁੱਲੇ ਸ਼ਾਹ ਦੇ ਦਰਬਾਰ ਦੇ ਕੋਲ ਇੱਕ ਦਰਖਤ ਫਲਾਈ ਦਾ ਹੁੰਦਾ ਸੀ, ਬੜਾ ਪੁਰਾਣਾ ਦਰਖਤ ਸੀ, ਵੱਡਾ। ਅੱਛਾ, ਫਲਾਈ ਦਾ ਦਰਖਤ ਸੀ। ਨਾਲ ਇੱਕ ਖੂਹ ਸੀ, ਉਹਨੂੰ ਦਾਰੇ ਵਾਲਾ ਖੂਹ ਅਸੀਂ ਆਂਦੇ ਸੀ। ਠੀਕ ਹੈ। ਉਹਦੀ ਚਰਖੜੀ ਲੱਗੀ ਹੁੰਦੀ ਸੀ। ਅੱਛਾ ਜੀ। ਤੇ ਉੱਥੋਂ ਵੀ ਸਾਰੇ ਪਾਣੀ ਪੀਣਾ ਨਹੀਂ ਭਰਦੇ ਆ। ਇਹਨਾਂ ਦੇ ਜਿਹੜੇ ਸਨ ਨਾ, ਇਹ ਜਿਹੜੇ ਚਮਿਆਰ ਸਨ, ਇਹਨਾਂ ਦੀ ਜਿਹੜੀ ਅਜੇ ਵੀ ਉਹ ਖੂਹੀ ਇੱਥੇ ਸਾਡੇ ਹੈ, ਉਸ ਰਾਜੇ ਚ ਮਕਾਨ ਇੱਕ ਬੰਦੇ ਸਾਡੇ ਦਾ, ਉਹਦੇ ਵਿੱਚ ਉਹ ਰਹਿੰਦਾ। ਉਹ ਖੂਹੀ ਅਜੇ ਵੀ ਉਹ ਖੂਹੀ ਜਿਹੜੀ ਹੈ ਨਾ, ਉਹ ਐਸੇ ਦੇ ਵਿੱਚ ਹੈ। ਉਹਨਾਂ ਦੀ ਜਿਹੜੀ ਉਹਨੂੰ ਖੂਹੀ ਨੂੰ ਉਹ ਚਮਿਆਰ ਇਸਤੇਮਾਲ ਕਰਦੇ। ਅੱਛਾ, ਉਂਝ ਖੂਹੀ ਪੂਰਕਤੀ ਹੈ ਲੇਕਿਨ ਨਿਸ਼ਾਨ ਹੈ, ਨਿਸ਼ਾਨ ਖੂਹੀ ਦਾ ਅਜੇ ਵੀ ਨਿਸ਼ਾਨ ਹੈ। ਵਾਹ ਜੀ ਵਾਹ, ਠੀਕ ਹੈ। ਅੱਛਾ, ਉੱਥੋਂ ਯਾਨੀ ਇਹਦਾ ਮਤਲਬ ਮੁਸਲਮਾਨਾਂ ਦੀ ਖੂਹੀ ਲੈਦਾ ਸੀ, ਦਾਰੇ ਵਾਲਾ ਖੂਹ ਜਿਹੜਾ ਤੁਸੀਂ ਦੱਸਿਆ, ਇਹ ਆਪਣਾ ਇਹਨਾਂ ਦੇ ਆਪਣਾ ਇਹਨਾਂ ਦੇ
ਨਜ਼ਦੀਕ ਸਾਡਾ ਵੀ ਖੂਹ ਹੁੰਦੀ ਜਿੱਥੇ ਇਹਨਾਂ ਦੀ ਖੂਹੀ ਸੀ ਨਾ, ਹਾਂ, ਹਾਂ। ਇੱਕ ਉੱਥੇ ਇੱਕ ਦੂਜਾ ਖੂਹ ਹੁੰਦਾ ਸੀ। ਅੱਛਾ ਉਹ ਸਾਡਾ ਆਪਣਾ ਮਤਲਬ ਸਾਡੀ ਬਰਾਦਰੀ ਦਾ, ਜੱਟ ਬਰਾਦਰੀ ਦਾ, ਹੂੰ। ਇਹ ਸਾਰੇ ਇਹਨਾਂ ਦਾ ਜਿਹੜਾ ਜੋ ਖੂਹੀ ਸੀ, ਉਹ ਖੂਹੀ ਚੋਂ ਇਸ ਪਾਣੀ ਇਸਤੇਮਾਲ ਕਰਦੇ। ਠੀਕ। ਤੇ ਬਾਬਾ ਜੀ ਕੰਮਕਾਜ ਕੀ ਸੀ ਉਹਨਾਂ ਦਾ, ਜੋ ਚਮਿਆਰ ਫੈਮਿਲੀ ਇੱਥੇ ਤੁਹਾਡੇ ਡੇਰਿਆਂ ਡੇਲਿਆਂ ਦੇ ਕੰਮਕਾਜ ਕਰਦੇ ਸੀ ਜਾਂ ਪਰ ਦਿਹਾੜੀ ਅਸੀਂ ਦਾ? ਕਦੀ ਕਿਸੇ ਦੀ ਬਾਡੀ ਕਰ ਲੈਣੀ, ਕਦੀ ਕਿਸੇ ਦੀ ਕਰ ਲੈਣੀ, ਕਦੀ ਕਿਸੇ ਕੋ ਰਹਿਣਾ, ਕਦੀ ਕਿਸੇ ਕੋ ਰਹਿਣਾ, ਹੂੰ। ਇਸੇ ਦੇ ਇਹਨਾਂ ਦਾ ਕਾਰੋਬਾਰ ਸੀ। ਠੀਕ ਹੈ। ਤੇ ਪਿੰਡ ਵਾਲਿਆਂ ਨੇ ਉਹਨਾਂ ਨਾਲ ਸਲੂਕ ਅੱਛਾ ਕੀਤਾ, ਚੰਗਾ ਰੱਖਿਆ ਉਹਨਾਂ ਨੂੰ? ਪਿੰਡ ਵਾਲਿਆਂ ਨੇ ਬੜਾ ਸਹੀ ਸਲੂਕ ਕੀਤਾ ਸੀ। ਕੋਈ ਕਿਸੇ ਕਿਸਮ ਦੀ ਕੋਈ ਐਸੀ ਵੈਸੀ ਹੂੰ। ਨਾ ਉਹਨਾਂ ਨੂੰ ਕੋਈ ਪਰੇਸ਼ਾਨੀ, ਨਾ ਸਾਨੂੰ ਕੋਈ ਪਰੇਸ਼ਾਨੀ ਸੀ। ਸਹੀ। ਉਹ ਜਦੋਂ ਇਹ ਆਪਣਾ ਗਏ ਪਾਕਿਸਤਾਨ, ਹਿੰਦੁਸਤਾਨ ਬਣਿਆ, ਹੂੰ। ਉਦੋਂ ਫਿਰ ਚਲੇ ਗਏ ਸਨ। ਹੂੰ। ਉਸ ਤੋਂ ਬਾਅਦ ਫਿਰ ਸਾਡੇ ਰਾਬਤੇ ਮੁਨਕਤਾ ਹੋ ਗਏ ਸਨ। ਕੋਈ ਮਤਲਬ ਕਿਸੇ ਨਾਲ ਕੋਈ ਮਿਲਦਾ ਨਹੀਂ। ਕਈਆਂ ਪਿੰਡਾਂ 'ਚ ਬਾਬਾ ਜੀ ਤੁਸੀਂ ਸੁਣਿਆ ਹੀ ਹੋਏਗਾ ਕਿ ਕੁਝ ਘਰ ਰਹਿ ਗਏ, ਬਾਅਦ 'ਚ ਮੁਸਲਮਾਨ ਹੋ ਗਏ। ਇਸੇ ਤਰ੍ਹਾਂ ਹੀ ਸਤੋਵਾਲ 'ਚ ਵੀ ਕੋਈ ਘਰ ਰਹਿ ਗਿਆ? ਨਹੀਂ ਸੀ, ਕੋਈ ਨਹੀਂ ਛਿੜਿਆ। ਅੱਛਾ, total- ਸਾਡੇ ਕੋਲ ਸ਼ਹਿਰ ਸਿਆਲਕੋਟ ਜਿਹੜੇ ਬੰਦੇ ਨੇ, ਹਾਂ। ਉਹ ਬੜੇ ਮਤਲਬ ਸਾਨੂੰ ਕੋਈ ਹਿੰਦੂ ਜਿਹੜੇ ਨੇ ਕੋਈ ਪਕੌੜੇ ਕੱਢਦੇ ਨੇ ਪੁਰਾਣ, ਅਜੇ ਵੀ ਹਾਂ। ਸਿਆਲਕੋਟ ਚ ਮਸ਼ਹੂਰ ਅਜੇ ਵੀ ਹੈ। ਬੜਾ ਮਸ਼ਹੂਰ ਹੈ ਅਜੇ ਵੀ ਬੜੇ ਪਕੌੜਿਆਂ ਵਾਲਾ। ਮਸ਼ਹੂਰ ਨੇ ਹਾਂ, ਸਿਆਲਕੋਟ ਹਾਂ, ਆ। ਹਾਂਜੀ ਹਾਂਜੀ ਹਾਂ। ਅੱਛਾ, ਬਹਰਾਲ ਆਪਣੇ ਸਤੋਵਾਲ 'ਚ ਕੋਈ ਆਪਣੇ ਸਤਵਾਲ ਚ ਕੋਈ ਨਹੀਂ। ਉਹ ਬੜੇ ਅਮਨ ਨਾਲ, ਬੜੇ ਸਲੂਕ ਬਹੁਤ ਨਾਲ- ਪੁਰ ਸਕੂਲ। ਠੀਕ ਹੈ, ਠੀਕ ਹੈ। ਉਹਨਾਂ ਦਿਨਾਂ ਵਿੱਚ ਹੀ ਰੋਲਿਆਂ ਗੋਲਿਆਂ 'ਚ ਟੁਰ ਗਏ ਜਾਂ ਫਿਰ ਕੋਈ ਜਦੋਂ ਥੋੜੀ ਜਿਹੀ ਠੰਡ ਵੰਡ ਹੋਈ ਫਿਰ ਨਹੀਂ ਬਾਅਦ 'ਚ? ਉਹਨਾਂ ਰੌਲੇ ਕੋਲੇ ਸੀ ਫਿਰ ਉਹਨਾਂ ਰੋਲਿਆਂ ਗੋਲਿਆਂ 'ਚ ਟੁਰ ਗਏ। ਠੀਕ ਠੀਕ ਹੈ। ਬਾਬਾ ਜੀ ਖੂਹਾਂ ਦੀ ਵਾਹੀ ਸੀ ਹਾਂ ਹੈਨਾ? ਹਾਂ ਬਿਲਕੁਲ। ਤੇ ਕਿੰਨਾ ਰਕਬਾ ਪਿੰਡ ਸਤੋਵਾਲੀ ਦਾ? ਸਤੋਵਾਲੀ ਦਾ ਰਕਬਾ ਕਿੰਨਾ? ਸਤਵਾਲ ਦਾ ਰਕਬਾ 350 ਕਮਾ। 350 ਘੁਮਾ। ਤੇ ਜੇਕਰ ਪੁੱਛਾਂ ਤੁਹਾਨੂੰ 350 ਘੁਮਾ ਉਦੋਂ ਸਾਰੇ ਵਗਦਾ ਸੀ? ਉਦੋਂ ਸਾਰੇ ਖੂਹਾਂ ਦੇ ਵਿੱਚ ਮਯਸਰ ਸੀ ਨਾ। ਖੂਹ ਸਨ ਉਦੋਂ, ਐਸ ਖੂਹ ਤੇ ਇੰਨੀ ਪੈਲੀ ਆ ਗਈ, ਇੰਨੀ ਕਹੇ ਖੂਹ ਵਗਦੇ, ਟਿੰਡਾਂ ਹੁੰਦੀਆਂ, ਪਾਣੀ ਕੱਢਣਾ, ਉਹ ਵੀ ਢੱਗੇ ਚ ਪਾਉਂਦੇ, ਢੱਗੇ ਚੁੱਕਦੇ ਹੁੰਦੇ ਹਨ। ਉਹਨਾਂ ਦੇ ਨਾਲ ਫਿਰ ਬਾਈਆਂ ਕਰ ਕਰਕੇ ਦੋ ਮਤਲਬ ਆਪਣਾ। ਅੱਛਾ, ਠੀਕ ਹੈ, ਠੀਕ ਹੈ। ਤੇ ਆਪਣਾ ਜਿਹੜਾ ਖੂਹ ਸੀ ਤੁਹਾਡਾ, ਜਿਸ ਖੂਹ ਤੇ ਤੁਸੀਂ, ਤੁਹਾਡੇ ਬਜ਼ੁਰਗ ਜਾਂ ਤੁਸੀਂ ਮਤਲਬ ਵਾਈ ਬੀਜੀ ਕਰਦੇ ਸੋ, ਉਹ ਖੂਹ ਦੀ ਹੱਲ ਕੀ ਸੀ? ਪਤਾ ਨਾ ਅੱਲਾ ਹੁੰਦੀਆਂ ਹੈ, ਕਿੱਕਰ ਵਾਲਾ ਵਿਆ, ਰੋਈ ਵਾਲਾ ਵਿਆ, ਫਲਾਈ ਵਾਲਾ। ਸੰਧਿਆ ਵਾਲਾ ਖੂਹ। ਅੱਛਾ, ਯਾਨੀ ਤੁਹਾਡੀ ਸਭ ਕਾਸਟ ਹੈ ਖੂਹ। ਅੱਛਾ ਅੱਛਾ, ਸੰਧਿਆ ਵਾਲਾ ਖੂਹ। ਹੋਰ ਖੂਹਾਂ ਦੇ ਨਾਮ ਹੋਰ ਵੀ ਬਰਾਦਰੀਆਂ ਦੇ ਵਿੱਚ ਹੈ ਸਨ, ਹੋਰ ਵੀ ਲੇਕਿਨ ਨਾਮ ਮਸ਼ਹੂਰ ਹੋਏ ਸੀ। ਅੱਛਾ ਅੱਛਾ ਅੱਛਾ, ਠੀਕ ਹੈ। ਯਾਨੀ ਮੇਨ ਖੂਹ ਆਏ ਸੀ। ਹਾਂ। ਠੀਕ ਹੈ। ਤੇ ਤੁਸੀਂ ਦੱਸਿਆ ਦਰਗਾਹ ਸ਼ਰੀਫ ਦਾ ਜ਼ਿਕਰ ਕੀਤਾ, ਉਹਦਾ ਮੇਲਾ ਕਿਹੜੀ ਡੇਟ ਨੂੰ ਲੱਗਦਾ ਸੀ? ਉਹ 16-17 ਜੇਠ ਦੀ ਲੱਗਦਾ। 16-17 ਜੇਠ ਦੀ। ਮੇਲਾ ਉਦੋਂ ਵੀ ਹੁੰਦਾ ਸੀ ਪਾਕਿਸਤਾਨ ਬਣਨ ਮੇਲਾ ਤੋਂ ਉਦੋਂ ਵੀ ਪਹਿਲੇ? ਹੁੰਦਾ ਜੀ। ਅੱਛਾ, ਅੱਜ ਵੀ ਹੋ ਰਿਹਾ? ਅੱਜ ਵੀ ਮੇਲਾ ਹੁੰਦਾ। ਠੀਕ। ਇਹ ਹੁਣ ਜਦੋਂ ਹੋਇਆ ਕੌਡੀ ਚੋਡੀ ਵੀ ਉੱਥੇ ਹੋਈ ਹੈ। ਅੱਛਾ ਜੀ, ਕੌਡੀ ਚੋਡੀ ਬੜੀ ਠੀਕ ਠਾਕ ਹੋਈ ਹੈ, ਠੀਕ ਹੈ, ਜਿਹੜਾ ਹੁਣ ਉੱਥੇ ਹੋਇਆ। ਠੀਕ ਹੈ, ਹਾਂ। ਠੀਕ ਠੀਕ ਠੀਕ। ਤੇ ਆਪਣੇ ਪਿੰਡ ਚ ਕੋਈ ਭਲਵਾਨ ਵੀ ਹੋਇਆ? ਕੋਈ ਕਬੱਡਰ? ਬੱਡਰ ਅਸੀਂ ਆ ਬਾਅਦ ਜਦੋਂ ਜਵਾਨ ਹੋਇਆ ਸਭ ਕੌਡੀ ਸਹੀ ਖੇਡੀ ਹੈ। ਅੱਛਾ, ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਗਏ ਕੌਡੀ ਚੋਡੀ ਨਹੀਂ। ਜਾਂ ਉਸ ਤੋਂ ਪਹਿਲੇ ਮਤਲਬ ਕੋਈ ਉਸ ਤੋਂ ਏਡਾ? ਪਹਿਲਾਂ ਮਤਲਬ ਵੀ ਆਪਣਾ ਇਹ ਮੁੰਡੇ ਦੂਜੇ ਕੋਈ ਮਸ਼ਹੂਰ ਸਨ ਜਿਹੜੇ ਉਦੋਂ ਸਿੱਖ ਸਨ, ਹਾਂ, ਹਾਂ। ਇਹ ਕੌਡੀ ਬੜੀ ਖੇਡਦੇ ਹੁੰਦੇ ਹਨ। ਕੋਈ ਨਾਂ ਯਾਦ ਹੈ ਆਪਣੇ? ਨਾਮ ਮੈਨੂੰ ਨਹੀਂ ਵੀ ਯਾਦ ਅੱਛਾ ਹੈ। ਅੱਛਾ ਅੱਛਾ, ਠੀਕ ਹੈ, ਠੀਕ। ਕਿਉਂਕਿ ਮੇਲੇ ਉਦੋਂ ਆਉਂਦੇ ਹਨ, ਬੜਾ ਜ਼ੋਰ ਹੁੰਦਾ ਸੀ ਮੇਲਿਆਂ ਹਾਂ। ਠੇਲਾਂ ਦਾ। ਘਰ ਘਰ ਭਲਵਾਨ ਹੁੰਦਾ ਸੀ, ਦੁੱਧ ਘਿਓ ਆਮ ਹੁੰਦਾ ਸੀ। ਠੀਕ ਠੀਕ। ਤੇ ਆਪਣੇ ਜਿਹੜੇ ਮਤਲਬ ਕਿ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਸਨ, ਜਿੱਦਾਂ ਚਮਾਰਾਂ ਦੀ ਗੱਲ ਕਰ ਲਈਏ, ਹਾਂ। ਤੇ ਉਹਨਾਂ ਵਿੱਚੋਂ ਕੋਈ ਤੁਹਾਡੇ ਕੋਹਾਣ ਦਾ ਮੁੰਡਾ? ਅਮਰਾਤ ਜਿਹੜਾ ਸੀ ਉਹ ਸਾਡੇ ਮਤਲਬ ਇੱਕੋ ਹੀ ਜਹਾੜੀ ਸੀ, ਛੋਟਾ ਈਸਾਈ ਨਹੀਂ ਜਿਹੜਾ, ਉਹ ਸਾਡੇ ਨਾਲ ਹੀ ਮਤਲਬ ਜਹਾੜੀ ਸੀ ਸਾਡਾ। ਅੱਛਾ, ਜਿਹੜਾ ਗਿਆਨ ਸੀ, ਕਰਤਾਰ ਸੀ, ਚੰਨਾ ਸੀ, ਹੂੰ, ਹੂੰ। ਮਿਲਕੀ ਸਨ। ਇਹ ਤੇ ਵੱਡੇ ਸਨ ਨਾ ਇਹ ਸਾਡੇ। ਵੱਡੇ ਸਨ, ਹਾਂ। ਇਹ ਇਹਨਾਂ ਦਾ ਮਿਲਕੀ ਔਰ ਸਾਈਂ ਦਾ ਪਿਓ ਸੀ। ਹੂੰ ਤੇ ਇੱਕ ਦਾ ਨਾਂ ਫੱਗੂ ਸੀ। ਹੂੰ ਉਹ ਵੀ ਮਤਲਬ ਜਿਹੜਾ ਕਰਤਾਰ ਸੀ, ਇਹ ਮੇਰਾ ਹਾਲ ਫੱਗੂ ਦਾ ਪੁੱਤਰ ਸੀ, ਜਿਹਦੀ ਸ਼ਾਦੀ ਇੱਥੇ ਹੋਈ ਸੀ। ਹੂੰ, ਤੇ ਠੀਕ। ਉਹ ਇਹ ਸਾਨੂੰ ਇੰਨਾ ਕੁ ਸਾਨੂੰ ਇਸ ਚੀਜ਼ ਦਾ ਇਲਮ ਅੱਗੋਂ। ਸਹੀ ਸਹੀ ਸਹੀ। ਬਾਕੀ ਉਹਨਾਂ ਦੀ ਕੋਈ ਮੰਦਿਰ, ਕੋਈ ਟੈਂਪਲ ਹੈ ਸੀ ਪਿੰਡ ਚ? ਕੋਈ ਇਬਾਦਤ? ਉਹ ਕੋਈ ਉਹ ਘਰ ਹੀ ਘਰ ਕੋਈ ਘਰ ਹੀ, ਜੋ ਕੁਝ ਉਹਨਾਂ ਕਰਨਾ ਸੀ ਆਪਣੇ ਮਤਲਬ ਦੇ ਮੁਤਾਬਕ ਘਰ ਹੀ ਕਰਦੇ। ਠੀਕ ਹੈ। ਬਾਅਦ ਚ ਪਾਕਿਸਤਾਨ ਬਣਨ ਤੋਂ ਬਾਅਦ ਚ ਕੋਈ ਬੰਦਾ ਆਇਆ ਵੀ ਇੱਥੇ, ਕੋਈ ਪਿੰਡ ਵੇਖਣ, ਕੋਈ ਪੁਰਾਣਾ? ਪਾਕਿਸਤਾਨ ਤੋਂ ਬਾਅਦ ਬਣਨ ਚ ਕੋਈ ਨਹੀਂ ਆਇਆ। ਕੋਈ ਨਹੀਂ ਆਇਆ। ਠੀਕ। ਸਾਡੀ ਇਹ ਖੁਆਇਸ਼ ਹੈ ਸੀ ਕਿ ਮਤਲਬ ਜਾਂ ਖਤ ਆਇਆ ਤੇ ਡਰੈਸ ਚੱਲੇ ਜਾਂ ਕੋਈ ਪਤਾ ਲੱਗੇ ਉਹ ਕਿੱਥੇ ਨੇ। ਹਾਂ ਹਾਂ। ਪਰ ਉਹ ਬੰਦਾ ਹੀ ਬਹੁਤ ਹੋ ਗਿਆ ਜਿਹਨੂੰ ਖਤ ਭੇਜਿਆ ਸੀ ਉਹਨਾਂ ਨੇ। ਉਹ ਸਾਡੇ ਕੋਲ ਨਾ ਖਤ ਆਇਆ, ਨਾ ਤਾਂ ਵੇਖਿਆ। ਉਹ ਹੀ ਬੰਦਾ ਬਹੁਤ ਹੋ ਗਿਆ। ਠੀਕ ਹੈ, ਠੀਕ ਹੈ। ਤੇ ਵੇਖੋ ਤੁਹਾਡੀ ਗੱਲਬਾਤ ਸਾਰੀ ਰਿਕਾਰਡ ਅਸੀਂ ਕਰ ਰਹੇ ਹਾਂ। ਤੇ ਜਿਹੜੇ ਤੁਹਾਡੇ ਹਾਣ ਦੇ ਮੁੰਡੇ ਸਨ, ਹੋ ਸਕਦਾ ਅੱਲਾਹ ਪਾਕ ਨੇ ਤੁਹਾਡੇ ਤੇ ਫਜ਼ਲ ਕੀਤਾ ਹੋਵੇ, ਮਤਲਬ ਤੁਸੀਂ ਯਾਦ ਹੋ ਉਹਨਾਂ ਵਿੱਚੋਂ ਕੋਈ ਇੱਕ ਅੱਧ। ਹਾਂ। ਤੇ ਉਹਨਾਂ ਨੂੰ ਤੁਸੀਂ ਕੋਈ ਸੁਨੇਹਾ ਲਾ ਦਿਓ, ਕਿਉਂਕਿ ਇਹ ਵੀਡੀਓ ਸਾਡੀ ਉਧਰਲੇ ਪਾਸੇ ਕਹਿ ਲਓ ਕਿ ਇੱਧਰ ਦੀ ਨਿਸਬਤ ਜ਼ਿਆਦਾ ਵੇਖੀ ਤੱਕੀ ਮੈਂ ਉਹ ਦੱਸਿਆ ਜਿਹੜਾ ਸਾਈ ਸੀ ਨਾ, ਇਹ ਸਾਡੇ ਨਾਲ ਬੜਾ ਪਿਆਰ ਸੀ ਇਹਦਾ। ਅੱਛਾ। ਤੇ ਇਹਨੂੰ ਮੈਂ ਇਹ ਆਖਾਂਗਾ ਜੇ ਅੱਲਾਹ ਤਾਲਾ ਹਾਂ
ਉਹਨੂੰ ਸਿਹਤ ਹੈ ਉਹਦੇ ਮੁਤਾਬਕ ਆਪਣੇ ਮਤਲਬ ਦੇ ਮੁਤਾਬਕ ਤੇ ਜੋ ਹੈ ਵੇ ਤੇ ਮੈਂ ਉਹਨੂੰ ਸਲਾਮ ਦਾ ਤੇ ਵੈਲਕਮ ਆਨਾ ਅਗਰ ਉਹ ਹੈ ਤੇ ਆਪਣਾ ਜਿਹੜੇ ਮੈਂ ਵੱਡੇ ਨਾਂ ਲੈਨੇ ਆ ਇਹਨਾਂ ਦੇ ਜੇ ਕੋ ਹੈ ਉਹਨਾਂ ਨੂੰ ਵੀ ਸਾਡੀ ਸਲਾਮ ਦਾ ਦੇ ਕੇ ਬੁੱਢੇ ਦਾ ਪੁੱਤਰ ਜਿਹੜਾ ਅਕਬਰ ਨੰਬਰਦਾਰ ਹੈ ਉਹਦਾ ਇੰਟਰਵਿਊ ਆਇਆ ਇਹ ਉਹਦਾ ਨਾਂ ਹੈ ਇਹ ਉਹਨੇ ਦੱਸਿਆ ਸਾਡੀ ਵੀ ਸਲਾਮ ਦਾ ਉਹਨਾਂ ਨੂੰ ਦੇ ਠੀਕ ਹੈ ਤੇ ਬਹੁਤ ਵਧੀਆ ਜੀ ਬਾਬਾ ਜੀ ਤੁਸੀਂ ਉਹਨਾਂ ਵਾਸਤੇ ਦੁਆ ਕੀਤੀ ਔਰ ਮੈਸੇਜ ਰਿਕਾਰਡ ਕਰਵਾਇਆ। ਅੱਛਾ ਤੁਹਾਡੀ ਇਹ ਗੱਲਬਾਤ ਫਰਜ਼ ਕਰੋ ਬਾਬੇ ਸਾਈਂ ਤੱਕ ਪਹੁੰਚਦੀ ਹੈ ਉਹ ਵੀ ਬਾਬਾ ਹੀ ਬਣਿਆ ਹੋਣਾ ਹੈ ਨਾ ਮਤਲਬ ਤੁਹਾਡੇ ਆਂਦਾ ਸੀ ਉਹਦੇ ਪੁੱਤਰਾਂ ਤੱਕ ਪਹੁੰਚਦੀ ਉਹ ਤੁਹਾਨੂੰ ਖੁਆਇਸ਼ ਰੱਖਦੇ ਨੇ ਕਿ ਅਸੀਂ ਨਾ ਬਾਬਾ ਜੀ ਅਕਬਰ ਨੰਬਰਦਾਰ ਸਾਹਿਬ ਨੂੰ ਮਿਲਣਾ ਹੈ ਜਿੱਦਾਂ ਹੁਣ ਤੁਸੀਂ ਪਤਾ ਹੀ ਹੈ ਤੁਹਾਨੂੰ ਕਰਤਾਰਪੁਰ ਜਿਹੜਾ ਲਾਂਘਾ ਖੁੱਲਾ ਹੋਵੇ ਤੇ ਇੱਥੇ ਉਹ ਕਹਿੰਦੇ ਜੀ ਅਸੀਂ ਤੁਸੀਂ ਇਧਰੋਂ ਬਾਬਾ ਆਈਏ ਉਧਰੋਂ ਅਸੀਂ ਆ ਜਾਂਦੇ ਆ ਤੇ ਫਿਰ ਤੁਸੀਂ ਜਾਣਾ ਚਾਹੋਗੇ ਕਰਤਾਰਪੁਰ ਨਾਲ ਮਿਲਣ ਵਾਸਤੇ? ਬਿਲਕੁਲ ਜਾਵਾਂਗੇ ਅਸੀਂ ਜੇ ਹੋਣ ਤਾਂ 100 ਨਾਲ ਜਾਵਾਂਗੇ ਮਿਲਾਂਗੇ ਉਹਨਾਂ ਨੂੰ ਜੇ ਜ਼ਿੰਦਾ ਨੇ ਤੇ ਉਹਨਾਂ ਨੂੰ ਜ਼ਰੂਰ ਮਿਲਾਂਗੇ ਜੀ ਜੀ। ਔਰ ਇਸੇ ਤਰ੍ਹਾਂ ਹੀ ਬਾਬਾ ਜੀ ਮੈਨੂੰ ਨਾ ਤਕਰੀਬਨ ਨਾ ਸਾਡੇ ਕੋਈ ਪਿਆਰੇ ਮਿੱਤਰ ਦੋਸਤ ਤੁਸੀਂ ਕਹਿ ਲਓ ਭੁਪਿੰਦਰ ਕੁਮਾਰ ਲੁਧਿਆਣੇ ਤੋਂ ਨੇ ਰੋਪੜ ਗਾਂ ਕੋ ਇਹਨਾਂ ਦੇ ਸੱਜਣ ਬੇਲੀ ਮਿੱਤਰ ਨੇ ਰਾਕੇਸ਼ ਕੁਮਾਰ ਸੰਘਾਣੀਆਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਜੋ ਦਾਦੀ ਜੀ ਦਾ ਪੇਕਾ ਪਿੰਡ ਸੀ ਨਾ ਉਹ ਸੀ ਪਿੰਡ ਸੱਤੋਵਾਲੀ ਯਾਨੀ ਕੁੱਲ ਮਿਲਾ ਕੇ ਕਿ ਜਿੰਨਾ ਗਲੀਆਂ ਚੋਂ ਖੇਡੀ ਜਿਸ ਪਿੰਡ ਵਿੱਚ ਜੰਮੀ ਪਲੀ ਉਹ ਪਿੰਡ ਸੱਤੋਵਾਲੀ ਸੀ ਤੇ ਉਹਨਾਂ ਦੀ ਵੀ ਰਿਕੁਐਸਟ ਸੀ ਠੀਕ ਹੈ ਤੇ ਤੁਸੀਂ ਇਹਨਾਂ ਵਾਸਤੇ ਵੀ ਜ਼ਰੂਰ ਕੋਈ ਮੈਸੇਜ ਦਿਓ ਕਿ ਆਉਣ ਵਾਲੇ ਵਕਤ 'ਚ ਕੋਈ ਇਹਨਾਂ ਦਾ ਦਿਲ ਕਰਦਾ ਆਪਣੀ ਦਾਦੀ ਦਾ ਪਿੰਡ ਵੇਖਣ ਤੇ ਦਾਦੀ ਦਾ ਜੇ ਜਿੱਦਾਂ ਜੇ ਉਹਨੂੰ 100 ਬਿਸਮਿਲ੍ਲਾ ਆਪਣੇ ਪਿੰਡ ਆਏ ਪਿੰਡ ਆ ਕੇ ਵੇਖੇ ਉਹਨੂੰ ਅਸੀਂ ਵੈਲਕਮ ਕਰਾਂਗੇ ਬਹੁਤ ਜ਼ਿਆਦਾ ਉਹਨੂੰ ਅਸੀਂ ਇਸ ਚੀਜ਼ ਦਾ ਪਿਆਰ ਵੀ ਦੇਵਾਂਗੇ ਆਪਣਾ ਪਿੰਡ ਵੇਖੇ 100 ਵਾਰੀ ਵੇਖੇ ਜੀ ਜੀ ਆਪਣੀਆਂ ਗਲੀਆਂ ਵੇਖੇ ਆਪਣਾ ਘਰ ਵੇਖੇ ਆਪਣੀ ਜਗ੍ਹਾ ਜਿੱਥੇ ਰਹਿੰਦੇ ਸਨ ਉਹ ਵੇਖੇ ਜੀ ਜੀ ਸਹੀ ਹੋਰ ਸਾਰਾ ਠੀਕ ਹੋ ਗਿਆ ਨਾ ਠੀਕ ਹੋ ਗਿਆ ਬਾਬਾ ਜੀ ਹੋਰ ਕੋਈ ਗੱਲਬਾਤ ਕੋਈ ਐਸਾ ਕੋਈ ਪੁਰਾਣਾ ਵਾਕਿਆ ਕੁਝ ਜਿਹੜੇ ਮੈਂ ਤੁਹਾਡੇ ਕੋਲ ਨਾ ਪੁੱਛ ਸਕਿਆ ਤੁਸੀਂ ਕੋਈ ਐਸੀ ਕੋਈ ਪੁਰਾਣੀ ਗੱਲ ਕਰਨਾ ਚਾਹੋ ਜਾਂ ਫਿਰ ਮੈਂ ਤੁਹਾਨੂੰ ਕਿਸੇ ਲਫ਼ਜ਼ਾਂ 'ਚ ਕਹਿਣਾ ਜਿੱਦਾਂ ਤੁਸੀਂ ਦੱਸਿਆ ਕਿ ਕੁੜੀ ਮੱਲੀਆਂ ਸਿੱਖਾਂ ਦਾ ਪਿੰਡ ਸੀ ਜਾਂ ਲੱਦੜ ਸੀ ਇਸੇ ਤਰ੍ਹਾਂ ਹੀ ਜੋ ਤੁਹਾਡੇ ਬਜ਼ੁਰਗ ਸਨ ਬਾਬਾ ਜੀ ਬੁੱਢਾ ਉਹਨਾਂ ਦੀ ਕੋਈ ਹੈ ਸੀ ਯਾਰੀ ਦੋਸਤੀ ਸਿੱਖਾਂ ਨਾਲ ਵੀ ਕੋਈ ਕਿਸੇ ਇੱਕ ਦਾ ਨਾਂ ਲੈਂਦੇ ਸਾਰੇ ਇੱਕ ਮਤਲਬ ਸਾਰੇ ਸਿੱਖ ਜਿਹੜੇ ਨੰਬਰਦਾਰ ਨੂੰ ਸਾਰੇ ਸਿੱਖ ਜਿਹੜੇ ਇੱਕ ਦੂਜੇ ਸਲਾਮ ਦਾ ਸਾਰਿਆਂ ਨੂੰ ਯਾਰ ਤੋਂ ਸਾਰੇ ਯਾਰ ਇੱਕ ਦੂਜੇ ਦੇ ਯਾਰ ਬਣੇ ਠੀਕ ਹੈ ਤੁਹਾਨੂੰ ਪਤਾ ਨਾ ਉਸ ਵੇਲੇ ਜ਼ੈਲਦਾਰੀ ਚੱਲਦੀ ਸੀ ਗੁੜੀ ਦਾ ਜ਼ੈਲਦਾਰ ਸੀ ਗੁੜੀ ਦਾ ਯਾਨੀ ਤੁਹਾਡੇ ਪਿੰਡ ਦੀ ਜਿਹੜੀ ਜ਼ੈਲ ਸੀ ਉਹ ਗੁੜੀ ਦਾ ਜ਼ੈਲਦਾਰ ਸੀ ਆਹ ਸਾਡੇ ਵੱਡੇ ਦਾਦੇ ਨੇ ਉਸ ਦਾ ਗੁੜੀ ਦਾ ਸੀ ਉਹ ਜ਼ੈਲਦਾਰ ਠੀਕ ਗੁੜੀ ਮੱਲੀਆਂ ਠੀਕ ਬਿਲਕੁਲ ਸਹੀ ਠੀਕ ਹੈ ਜੀ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਬਖਸ਼ੇ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਮਿਹਰਬਾਨੀ ਓਕੇ ਜੀ। ਅੱਛਾ ਬਾਬਾ ਜੀ ਹੁਣ ਤੇ ਮਤਲਬ ਪਿੰਡ ਜਿਹੜਾ ਵਾ ਨਾ ਸੱਤੋਵਾਲੀ ਬੜਾ ਵੱਧ ਫੁੱਲ ਗਿਆ ਵਾ ਮੈਂ ਵੇਖਣ ਪੁਰਾਣਾ ਜਿਹੜਾ ਸੱਤੋਵਾਲੀ ਸੀ ਜਿਹੜੇ ਮਕਾਨ ਬਣੇ ਨਾ ਇਹਨਾਂ ਦੇ ਅੰਦਰ ਵਾਲੀ ਬਾਅਦ ਵਿੱਚ ਬਣੇ ਨੇ ਮਕਾਨ ਜਿਹੜੇ ਬਣੇ ਨਾ ਤੇ ਬਾਅਦ ਜਿਹੜਾ ਪੁਰਾਣਾ ਪਿੰਡ ਜਿਹੜਾ ਨਾ ਉਹ ਅੰਦਰ ਬਾਹਰ ਕਹਿ ਲੋ ਕਿ ਸਾਰੀ ਨਵੀਂ ਆਬਾਦੀ ਬਣੀ ਹੈ ਠੀਕ ਹੈ ਤੇ ਹੁਣ ਬੜੀ ਮਤਲਬ ਕਹਿ ਲੋ ਕਿ ਇਸ ਇਲਾਕੇ ਨੇ ਤਰੱਕੀ ਕਰ ਲਈ ਬਿਲਕੁਲ ਅੱਲਾਹ ਦੀ ਰਹਿਮਤ ਜੀ ਹੁਣ ਠੀਕ ਹੋ ਗਿਆ ਤੇ ਉਸ ਵੇਲੇ ਜੇ ਮੈਂ ਤੁਹਾਨੂੰ ਪੁੱਛਾਂ ਇੱਕ ਗੱਲ ਰਹਿ ਗਈ ਕਿ ਉਸ ਵੇਲੇ ਆਬਾਦੀ ਦੇ ਲਿਹਾਜ਼ ਨਾਲ ਕਿੰਨੇ ਕੁ ਘਰ ਹੋਣਗੇ ਪੁਰਾਣਾ ਸੱਤੋਵਾਲੀ ਵੇਖੀਏ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਘਰ ਇਹ ਜੀ ਕੋਈ 2-250 ਘਰ ਸੀ 2-250 ਘਰ ਸੀ ਤੇ ਹੁਣ ਇਸ ਵੇਲੇ ਹੁਣ ਤੇ ਚੋਖੇ ਘਰ ਬਣ ਗਏ ਠੀਕ ਤੇ ਇਹ ਸਕੂਲ ਬਣਿਆ ਬਾਅਦ ਚ ਇਹ ਸਕੂਲ ਬਾਅਦ ਚ ਬਣਿਆ ਹਾਂਜੀ ਇਹ ਜਿਹੜੀ ਤੁਹਾਨੂੰ ਜੀ ਇਹ ਬਿਲਡਿੰਗ ਨਜ਼ਰ ਆ ਰਹੀ ਹੈ ਨਾ ਇਹ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਨਾ 8ਵੀਂ ਤੱਕ ਸਕੂਲ ਹੈ 8ਵੀਂ ਤੱਕ ਸਕੂਲ ਪ੍ਰਾਇਮਰੀ ਸਕੂਲ ਹੈ ਹਾਂਜੀ ਠੀਕ ਹੈ ਤੇ ਅੱਜ ਦਾ ਇੰਟਰਵਿਊ ਜੀ ਪਿੰਡ ਸੱਤੋਵਾਲੀ ਦੇ ਵਿੱਚ ਅਸੀਂ ਚੌਧਰੀ ਲਿਆਕਤ ਅਲੀ ਸਾਹਿਬ ਦੀ ਕਿਆਦਤ 'ਚ ਕੀਤਾ ਔਰ ਸਰ ਹੋਰਾਂ ਦਾ ਅਸੀਂ ਬੇਹੱਦ ਮਸ਼ਕੂਰ ਹਾਂ ਤੇ ਸਰ ਜੀ ਮਾਸ਼ਾਅੱਲਾ ਤੁਸੀਂ ਇਸ ਸਕੂਲ ਦੇ ਵਿੱਚ ਐਜ਼ ਆ ਹੈਡ ਮਾਸਟਰ ਹਾਂ ਠੀਕ ਹੈ ਮੇਰਾ ਪਿੰਡ ਗੁਜਰਾਂਵਾਲੀ ਹੈ ਤੇ ਸੱਤੋਵਾਲੀ ਗਵਰਨਮੈਂਟ ਸਕੂਲ ਹੈਡ ਮਾਸਟਰ ਹਾਂ ਠੀਕ ਹੈ ਜੀ ਚਾਚਾ ਜੀ ਅਕਬਰ ਨਾਲ ਬੜਾ ਸਾਡਾ ਤਾਲੁਕ ਹੈ ਹਾਂ ਤੇ ਸਾਡਾ ਐਨਜੀ ਕਿ ਜਿਵੇਂ ਇੱਕ ਹੀ ਫੈਮਿਲੀ ਆ ਅਸੀਂ ਜੀ ਇੱਕ ਦੂਸਰੇ ਦੀ ਖੁਸ਼ੀ ਗਮੀ 'ਚ ਸ਼ਾਮਲ ਹੁੰਦੇ ਆ ਬਹੁਤ ਅੱਛਾ ਜੀ ਤੇ ਬੜੇ ਸੀਨੀਅਰ ਬੰਦੇ ਨੇ ਸਾਡੇ ਇਲਾਕੇ ਦੇ ਨਾਲ ਜਿਨ੍ਹਾਂ ਕੋਲ ਅਸੀਂ ਦੁਆ ਗੋਮੀਆਂ ਕਰ ਇਹਨਾਂ ਨੂੰ ਸੇਧ ਦੇਵੇ ਆਮੀਨ ਆਮੀਨ ਔਰ ਇਹ ਜੀ ਆਪਣਾ ਬਾਬਾ ਜੀ ਅਕਬਰ ਸਾਹਿਬ ਦੀ ਪਰਸਨੈਲਿਟੀ ਤੁਸੀਂ ਚੈੱਕ ਕਰੋ ਸਰ ਜੀ ਹੁਣ ਮਤਲਬ ਜੇਕਰ ਅਸੀਂ ਆਪਣੀ ਗੱਲ ਕਰੀਏ ਨਾ ਤੇ 50-55 ਤੱਕ ਖਤਮ ਹੈ ਕੰਮ ਹੈ ਨਾ ਮਤਲਬ ਵੈਸੇ ਜੋ ਮੈਂ ਉਹ ਬਜ਼ੁਰਗ ਨੇ ਜੀ ਜਿਨ੍ਹਾਂ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਦੁੱਧ ਘਿਓ ਪੀਤੇ ਅਸਲ ਖੁਰਾਕਾਂ ਖਾ ਲਈਆਂ ਤੇ ਮਾਸ਼ਾਅੱਲਾ ਵੇਖੋ ਤੁਸੀਂ ਤਕਰੀਬਨ 84-85 ਸਾਲ ਇਹਨਾਂ ਦੀ ਉਮਰ ਬਣ ਰਹੀ ਹੈ
ਤੇ ਬਿਲਕੁਲ ਇੱਕਦਮ ਫਿਟ ਫਾਟ ਨੇ, ਅੱਲਾਹ ਪਾਕ ਇਹਨਾਂ ਨਜ਼ਰ 50 ਤੋਂ ਸਾਲ ਮੇਰੀ ਬਚਾਏ। ਵੀ ਹੋ ਗਈ। ਹਾਂ ਇਸ ਤਰ੍ਹਾਂ ਹੀ ਹੈ। ਤੇ ਇਹ ਰਿਹਾ ਜੀ ਪਿੰਡ ਸਤੋਵਾਲੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਪੁਰਾਣਾ ਦਰਬਾਰ ਹੈ ਨਾ ਉੱਥੇ ਜਾ ਕੇ ਨਾ ਪਿੰਡ ਅਸੀਂ ਉਹਦਾ ਇੱਕ ਕਲਿੱਪ ਬਣਾ ਲਈਏ ਕਿ ਇਸ ਵੇਲੇ ਅਗਰ ਕੋਈ ਪੁਰਾਣੀ ਨਿਸ਼ਾਨੀ ਪਿੰਡ ਸਤੋਵਾਲੀ ਵਿੱਚ ਹੈ ਵੇ ਤਾਂ ਇਹ ਦਰਬਾਰ ਸ਼ਰੀਫ ਹੈ। ਦਰਬਾਰ ਬਾਕੀ ਸ਼ਰੀਫ ਹੈ। ਪੁਰਾਣੇ ਬਾਬਾ ਜੀ ਘਰ ਕੋਈ ਨਹੀਂ ਰਹੇ, ਉਹ ਕੱਚੇ ਕੋਠੇ ਸਨ, ਸਭ ਸਾਰਾ ਪਿੰਡ ਨਵਾਂ ਪੱਕਾ ਬਣ ਗਿਆ ਸਾਰਾ ਹੁਣ। ਹਾਂ ਤੇ ਆਉਣ ਨਾਲੇ ਹੋਰ 5-10 ਸਾਲਾਂ ਦੇ ਵਿੱਚ ਨਾ ਸਮਝ ਲਓ ਕਿ ਸਿਆਲਕੋਟ ਨੂੰ ਉਂਝ ਟੱਚ ਕਰ ਉਂਝ ਕਰ ਗਿਆ ਠੀਕ ਹੈ ਜੀ। ਠੀਕ ਹੋ ਗਿਆ ਜੀ। ਆਪਣਾ ਭੁਪਿੰਦਰ ਕੁਮਾਰ ਜੀ ਹੈ ਤੁਹਾਡੇ ਦੋਸਤ ਰਾਕੇਸ਼ ਸਿੰਘਾਨੀਆ ਸਾਹਿਬ ਦੀ ਦਾਦੀ ਜੀ ਦਾ ਪਿੰਡ, ਤੇ ਅਸੀਂ ਤੁਹਾਨੂੰ ਚਲੋ ਇੱਕ ਦੋ ਗਲੀ ਵੀ ਜਾ ਕੇ ਚੈੱਕ ਕਰਵਾ ਦਿੰਦੇ ਹਾਂ। ਚਲੋ ਇਹਨਾਂ ਨੂੰ ਜ਼ਰਾ ਤਸੱਲੀ ਹੋ ਜਾਏਗੀ, ਠੰਡ ਪਾਈਏਗੀ ਕਿ ਭਾਈ ਸਾਡੀ ਦਾਦੀ ਦਾ ਪਿੰਡ ਹੈ। ਠੀਕ ਹੈ ਬਾਬਾ ਜੀ, ਬਹੁਤ ਸ਼ੁਕਰੀਆ। ਲੋ ਜੀ ਪਿੰਡ ਸਤੋਵਾਲੀ ਦੀਆਂ ਗਲੀਆਂ ਦੇ ਤੁਹਾਨੂੰ ਦਰਸ਼ਨ ਦੀਦਾਰੇ ਕਰਵਾ ਰਹੇ ਹਾਂ। ਤਹਿਸੀਲੋ ਜ਼ਿਲ੍ਹਾ ਸਿਆਲਕੋਟ। ਇਹ ਸਤੋਵਾਲੀ ਪਿੰਡ ਯਾਦ ਰਵੇ ਜੀ ਕਿ ਜ਼ਿਲ੍ਹੇ ਸਿਆਲਕੋਟ ਦਾ ਇੱਕ ਸਤੋਵਾਲੀ ਡਸਕੇ ਦੇ ਕੋਲ ਵੀ ਹੈ ਉਹ ਸਤੋਵਾਲੀ। ਇਹ ਪਿੰਡ ਦਾ ਵੀ ਛੱਪੜ ਹੈ, ਪੁਰਾਣਾ ਛੱਪੜ ਸੀ ਹੈ ਨਾ। ਤੇ ਹੁਣ ਤੇ ਕਿਸੇ ਵੇਲੇ ਬੜਾ ਵੱਡਾ ਹੁੰਦਾ ਹੈਗਾ, ਹੁਣ ਤੇ ਆਸਤਾ ਆਸਤਾ ਪੂਰ ਕੱਤਾ ਜਿਹਦਾ ਦਾ ਲੱਗਾ ਉਹਨੇ। ਤੇ ਇਹ ਪਿੰਡ ਸਤੋਵਾਲੀ ਦੀ ਮਸਜਿਦ, ਕਿਸੇ ਹੱਦ ਤੱਕ ਅਸੀਂ ਪੁਰਾਣਾ ਸਤੋਵਾਲੀ ਵਿੱਚ ਐਂਟਰੀ ਕਰਕੇ ਦਾਇਰਾ ਹੁੰਦਾ ਸੀ, ਇੱਥੇ ਹੀ ਖੂਹ ਹੁੰਦਾ ਸੀ। ਓਹੋ ਵਾਹ ਜੀ ਬੰਦਾ ਜੀ। ਮਸਜਿਦ ਦੇ ਨਾਲ ਅੱਛਾ ਸਰ, ਇਹ ਪਿੰਡ ਦਾ ਸਤੋਵਾਲੀ ਦਾ ਦਾਇਰਾ ਜੋ ਅੱਜ ਵੀ ਮਤਲਬ ਸਾਥ ਦੇਖੋ ਜੀ ਪੂਰੀ ਤਕਲੀਫ ਨਹੀਂ ਸੀ ਜਗ੍ਹਾ ਹੁਣ। ਹਾਂ ਹੁਣ ਪੱਕੀ ਕਰ ਦਿੱਤੀ, ਫਰਸ਼ ਵਗੈਰਾ ਪੈ ਗਿਆ। ਠੀਕ ਹੈ। ਲੋ ਜੀ ਆਪਣਾ ਭੁਪਿੰਦਰ ਜੀ ਔਰ ਰਾਕੇਸ਼ ਸਿੰਘਾਨੀਆ ਸਾਹਿਬ, ਇਹ ਤੁਹਾਡੀ ਦਾਦੀ ਜੀ ਦਾ ਜੋ ਪਿੰਡ ਸੀ ਨਾ ਸਤੋਵਾਲੀ, ਉਹਦੇ ਵਿੱਚ ਇੱਕ ਪੁਰਾਣੀ ਨਿਸ਼ਾਨੀ ਮੌਜੂਦ। ਇੱਕ ਤਾਂ ਦਰਬਾਰ ਸ਼ਰੀਫ ਹੈ, ਦਰਗਾਹ ਸ਼ਰੀਫ ਹੈ, ਔਰ ਦਰਗਾਹ ਸ਼ਰੀਫ ਦੇ ਬਿਲਕੁਲ ਅੰਦਰ ਬੋਰਡ ਦਾ ਪੁਰਾਣਾ ਰੁੱਖ, ਕੋਈ ਸ਼ੱਕ ਨਹੀਂ 1947 ਤੋਂ ਪਹਿਲੇ ਦਾ ਹੀ ਬੂਟਾ ਹੈ। ਠੀਕ ਹੈ ਨਾ। ਇਹਦੀਆਂ ਜੜ੍ਹਾਂ, ਇਹਦਾ ਜੋ ਤਣਾ ਵੀ ਉਹ ਸਾਨੂੰ ਨਾ ਮਤਲਬ ਗਵਾਹੀ ਭਰ ਰਿਹਾ ਹੈ। ਇਹ ਪਿੰਡ ਦਾ ਸਾਂਝਾ ਦਾਇਰਾ ਹੋ ਗਿਆ ਜਿੱਥੇ ਪੁਰਾਣੇ ਬਾਬੇ ਲੋਕ ਹਾਂਜੀ ਗੱਪਾਂ ਛੱਪਾਂ ਮਾਰਦੇ। ਇਹ ਮਸਜਿਦ ਰਹੀ ਪਿੰਡ ਸਤੋਵਾਲੀ ਦੀ, ਇਹ ਵੀ ਮਸਜਿਦ ਪੁਰਾਣੀ ਹੈ। ਹਾਂ ਠੀਕ ਹੈ। ਹਾਂਜੀ ਹਾਂਜੀ, ਉਹ ਫਿਰ ਵਕਤ ਦੇ ਨਾਲ ਕੱਢਦੇ ਰਹੇ। ਲੈ ਜੀ ਇੱਥੇ ਵੀ ਇੱਥੇ ਲੈ ਕੇ ਜਾਂਦੇ ਨੇ ਉਹ ਅੱਗੇ। ਅੱਛਾ ਚਲੋ ਅਸੀਂ ਇੱਥੇ ਲਾ ਦਿੰਦੇ ਹਾਂ ਕਿਉਂਕਿ ਅਸੀਂ ਨਾ ਜ਼ਰਾ ਥੋੜ੍ਹੇ ਜਿਹੇ ਜਦ ਅਸੀਂ ਬਾਬਾ ਜੀ ਤੋਂ ਪੁੱਛਿਆ ਉਹਨਾਂ ਨੇ ਦੱਸਿਆ ਕਿ ਆ ਜਾ ਕੇ ਪਿੰਡ ਦੇ ਵਿੱਚ ਪੁਰਾਣੀ ਨਿਸ਼ਾਨੀ ਇਹ ਹੀ ਰਹਿ ਗਈ ਦਰਗਾਹ ਸ਼ਰੀਫ। ਤੇ ਜਿਹੜੇ ਉਹ ਮਤਲਬ ਕਿੱਥੇ ਹਿੰਦੂ ਖੱਤਰੀ ਲੋਕ ਵਸਦੇ ਸਨ, ਉਹਨਾਂ ਦੇ ਦੌਰ 'ਚ ਜਾਂ ਉਸ ਵੇਲੇ ਤੋਂ ਪਹਿਲੇ ਦੀ ਦਰਗਾਹ ਸ਼ਰੀਫ ਹੈ। ਤੇ ਇੱਥੇ ਜੇਠ ਦੇ ਦਿਨਾਂ 'ਚ ਤਕਰੀਬਨ ਜੇਠ ਦੀ 16-17 ਸ਼ਾਇਦ ਦੱਸਿਆ ਬਜ਼ੁਰਗਾਂ ਨੇ ਕਿ ਇੱਥੇ ਮੇਲਾ ਭੰਡਾਰਾ ਵਗੈਰਾ ਲੱਗਦਾ ਸੀ। ਤੇ ਇਹ ਜੀ ਬਜ਼ੁਰਗ ਨੇ ਸੈयद ਹਾਦੀ ਹੁਸੈਨ ਕਾਜ਼ਮੀ ਅਲ ਮਾਰੂਫ ਪੀਰ ਬੁੱਲੇ ਸ਼ਾਹ ਜੀ। ਠੀਕ ਹੈ ਜੀ। ਅੱਜ ਇੱਥੇ ਬਜ਼ੁਰਗ ਹਸਤੀ ਆਰਾਮ ਫਰਮਾ ਰਹੀ ਹੈ। ਬੁੱਲੇ ਸ਼ਾਹ ਜੀ ਨਾਂ ਤੋਂ ਕਰਕੇ ਜਾਣੇ ਜਾਂਦੇ ਨੇ। ਇਹ ਉਹਨਾਂ ਦੀ ਦਰਗਾਹ ਸ਼ਰੀਫ। ਠੀਕ ਹੈ। ਤਾਂ ਹੁਣ ਪਿੰਡ ਵਾਲਿਆਂ ਨੇ ਬਹੁਤ ਖੂਬਸੂਰਤ ਦਰਬਾਰ ਸ਼ਰੀਫ ਬਣਾਇਆ ਹੋਇਆ, ਬਕਾਇਦਾ ਇੱਥੇ ਟਾਇਲ ਵਗੈਰਾ ਲੱਗੀ ਹੈ। ਔਰ ਬਾਬਾ ਜੀ ਨੇ ਦੱਸਿਆ ਕਿ ਬੜਾ ਪਿੰਡ ਵਾਲੇ ਲੋਕ ਨਾ ਗੱਜ ਵੱਜ ਕੇ ਮੇਲਾ ਕਰਵਾਉਂਦੇ ਨੇ। ਠੀਕ ਹੈ ਜੀ। ਤੇ ਕੋਈ ਸ਼ੱਕ ਨਹੀਂ ਭੁਪਿੰਦਰ ਜੀ ਔਰ ਰਾਕੇਸ਼ ਸਿੰਘਾਨੀਆ ਸਾਹਿਬ ਤੁਹਾਡੀ ਦਾਦੀ ਜੀ ਇਸ ਦਾਇਰੇ 'ਚ ਜਾਂ ਫਿਰ ਇਸ ਦਰਗਾਹ ਸ਼ਰੀਫ 'ਤੇ ਜ਼ਰੂਰ ਆਉਂਦੇ ਹੋਣਗੇ ਖੇਡਦੇ ਮੱਲਦੇ। ਠੀਕ ਹੈ ਜੀ।